साहब की पवित्र धरती, अमृतसर साहब के इनकलाबी लोग और ਵੱਖ-ਵੱਖ ਕਿੱਤਿਆਂ ਨਾਲ ਸੰਬੰਧਿਤ, ਵਪਾਰ ਨਾਲ ਸੰਬੰਧਿਤ, ਸਨਅਤਾਂ ਨਾਲ, ਉਦਯੋਗਾਂ ਨਾਲ ਸੰਬੰਧਿਤ ਜਿੰਨੇ ਵੀ ਸਨਅਤਕਾਰ ਇੱਥੇ ਪਹੁੰਚੇ ਨੇ, ਉਹਨਾਂ ਦਾ ਸਵਾਗਤ ਹੈ। ਚੱਲਿਆ ਹੋਇਆ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਹੈ। ਸਾਡੇ ਅੰਮ੍ਰਿਤਸਰ ਤੇ ਅੰਮ੍ਰਿਤਸਰ ਦੇ ਆਲੇ ਦੁਆਲੇ ਦੇ ਇਲਾਕੇ ਦੇ ਤੁਹਾਡੇ ਦੁਆਰਾ ਚੁਣੇ ਹੋਏ MLA ਸਾਹਿਬਾਨ, ਮੰਤਰੀ ਸਾਹਿਬਾਨ ਔਰ ਸਟੇਜ ਤੇ ਬੈਠੇ ਸਾਡੇ ਰਾਜ ਸਭਾ ਦੇ MP ਸਾਹਿਬਾਨ, ਸਾਰੇ ਆਫਿਸਰ ਸਾਹਿਬਾਨ, ਕਿਉਂਕਿ ਆਪਾਂ ਪੰਜਾਬ ਤੋਂ ਆ, ਆਪਾਂ ਹਰ ਰੋਜ਼ ਇੱਕ ਦੂਜੇ ਨੂੰ ਮਿਲਦੇ ਰਹਿੰਦੇ ਹਾਂ। ਸਭ ਤੋਂ ਵੱਧ ਧੰਨਵਾਦ ਇੱਕ ਚਸ਼ਮਦੀਦ ਗਵਾਹ ਦੇ ਤੌਰ 'ਤੇ, ਆਪ ਖੁਦ ਗਰੰਟੀਆਂ ਦੇਣ ਵੇਲੇ ਨਾਲ ਸੀ। ਅੱਜ ਉਹ ਚਸ਼ਮਦੀਦ ਗਵਾਹ ਦੇ ਤੌਰ 'ਤੇ ਅਰਵਿੰਦ ਕੇਜਰੀਵਾਲ ਜੀ ਇੱਥੇ ਪਹੁੰਚੇ ਨੇ ਕਿ ਸਾਡੀ ਸਰਕਾਰ ਜਿਹੜੀ ਹੈ, ਜਿਹੜੀਆਂ ਗਰੰਟੀਆਂ ਆਪਾਂ ਦਿੱਤੀਆਂ ਸੀ ਉਹ ਕਰ ਰਹੀ ਹੈ ਪੂਰੀਆਂ ਜਾਂ ਨਾ। ਸੋ ਅਰਵਿੰਦ ਕੇਜਰੀਵਾਲ ਜੀ ਤਾਂ ਬਹੁਤ ਬਹੁਤ ਧੰਨਵਾਦ ਹੈ ਕਿ ਉਹਨਾਂ ਨੇ ਕੱਲ੍ਹ ਇੱਕ ਬੜਾ ਇਤਿਹਾਸਕ ਦਿਨ ਸੀਗਾ ਪੰਜਾਬ ਲਈ, ਐਜੂਕੇਸ਼ਨ ਸੈਕਟਰ 'ਚ ਸਕੂਲ ਆਫ ਐਮੀਨੈਂਸ ਛੇਟਾ ਵਿਖੇ ਉੱਥੇ ਉਹਦਾ ਉਦਘਾਟਨ ਕੀਤਾ। ਅਤੇ ਅੱਜ ਇੰਡਸਟਰੀਅਲ ਜਿਹੜਾ ਸਾਡੇ 4 ਨੇ ਇਸ ਤਰ੍ਹਾਂ ਦੇ, ਇੱਕ ਇਹਨੂੰ ਕੀ ਕਹਿ ਲਈਏ, ਮਿਲਣੀ ਹੈ ਇਹ, ਤੁਸੀਂ ਵੀ ਬੋਲਦੇ ਹੋ ਅਸੀਂ ਵੀ ਬੋਲਦੇ ਹਾਂ। ਇਹ ਪਹਿਲਾਂ ਅੰਮ੍ਰਿਤਸਰ ਸਾਹਿਬ ਦੇ ਵਿੱਚ, ਸ਼ਾਮ ਨੂੰ ਅੱਜ ਲੁਧਿਆਣੇ ਜਲੰਧਰ, ਪਰਸੋਂ ਕੱਲ੍ਹ ਨੂੰ ਲੁਧਿਆਣੇ ਅਤੇ ਮੋਹਾਲੀ। ਸੋ ਅਸੀਂ ਇਸੇ ਹਾਲ ਦੇ ਵਿੱਚ ਹੀ ਆਏ ਸੀ ਤੁਹਾਡੇ ਨਾਲ ਵਾਅਦੇ ਕਰਨ ਕਿ ਐਂ ਕਰ ਦਿਆਂਗੇ, ਐਂ ਕਰ ਦਿਆਂਗੇ। ਤੁਸੀਂ ਵੀ ਸੋਚਿਆ ਹੋਣਾ ਉਵੇਂ ਜਿਵੇਂ ਕਹਿੰਦੇ ਨੇ, ਜਿਵੇਂ ਦੂਜੇ ਕਹਿੰਦੇ ਨੇ, ਉਹ ਵੀ ਕਹਿੰਦੇ ਹੁੰਦੇ ਸੀ ਐਂ ਕਰ ਦਿਆਂਗੇ, ਐਂ ਕਰ ਦਿਆਂਗੇ। ਪਰ ਅਸੀਂ 1.5 ਸਾਲ ਬਾਅਦ ਇਹ ਕਹਿਣ ਆਏ ਹਾਂ ਕਿ ਐਂ ਕਰਤਾ, ਐਂ ਕਰਤਾ, ਆਹ ਕਰਤਾ, ਆਹ ਕਰਤਾ। ਆਹ ਫਰਕ ਹੈ, ਆਹ ਫਰਕ ਹੈ। ਸਾਡੇ ਉਹਨਾਂ ਦੇ ਮੈਨੀਫੈਸਟੋ ਹੁੰਦੇ ਨੇ, ਚੋਣਾਂ ਤੋਂ 1-2 ਦਿਨ ਪਹਿਲਾਂ ਬਣਾਉਂਦੇ ਨੇ। ਉਹ ਕਿਵੇਂ ਬਣਾਉਂਦੇ ਨੇ? ਦੂਜਿਆਂ ਦੇ ਦੇਖ ਕੇ। ਉਹ ਕਹਿੰਦੇ 3 ਲੱਖ ਨੌਕਰੀਆਂ ਦੇਣਗੇ, 4 ਲੱਖ ਲਿਖ ਦਿਓ, ਕਿਹੜਾ ਦੇਣੀ ਹੈ। ਉਹ ਕਹਿੰਦੇ 4 ਰੁਪਏ ਕਿਲੋ ਆਟਾ ਹੈ, 3 ਰੁਪਏ ਕਰ ਦਿਓ, ਕਿਹੜਾ ਦੇਣਾ ਹੈ। ਉਹ ਦੂਜਿਆਂ ਨੂੰ ਦੇਖ ਕੇ ਬਣਾਉਂਦੇ ਆ ਕਿ ਉਹ ਕੀ ਕਹਿੰਦੇ ਨੇ, ਆਪਾਂ ਫਿਰ ਉਹ ਤੋਂ ਵੱਧ ਵੱਡਾ ਗੱਪ ਮਾਰੀਏ, ਵੱਡਾ ਝੂਠ ਬੋਲੀਏ। ਜਦ ਕਿ ਅਸੀਂ ਫਿਗਰਸ ਦੇਖ ਕੇ ਵਾਅਦੇ ਕਰਦੇ ਹਾਂ, ਗਰੰਟੀਆਂ ਪੂਰੀਆਂ ਹੋ ਜਾਣਗੀਆਂ। ਆਪਾਂ ਬਿਜਲੀ ਫ੍ਰੀ ਦੀ ਅਨਾਉਂਸਮੈਂਟ ਤਾਂ ਕਰ ਦਾਂਗੇ, ਪਰ ਬਿਜਲੀ ਫ੍ਰੀ ਚਾਹੀਦੀ ਹੋਊਗੀ, ਕਰ ਦਿਆਂਗੇ ਪੂਰੀ। ਅੱਜ ਬਿਜਲੀ ਬੋਰਡ ਦੇ ਜਿਹੜੇ CMD ਨੇ ਬਲਦੇਵ ਸਿੰਘ ਸਰਾ, ਉਹ ਬੈਠੇ ਨੇ। 1 ਜੁਲਾਈ ਤੋਂ ਬਿਜਲੀ ਫ੍ਰੀ ਹੈ। ਅਤੇ ਸਰਾਂ ਸਾਹਿਬ, ਬਿਜਲੀ ਤਾਂ ਚਲੋ ਫ੍ਰੀ ਹੈ, 80% ਘਰਾਂ ਨੂੰ ਬਿਜਲੀ ਦਾ ਬਿੱਲ ਆਉਂਦਾ ਹੀ ਨਹੀਂ, 80-85% ਘਰਾਂ ਨੂੰ। ਪਰ ਤੁਹਾਡਾ ਤਾਂ ਨਹੀਂ ਪੈਸਾ ਰੱਖਿਆ ਸੀ ਕੋਈ? ਬਿਜਲੀ ਬੋਰਡ ਦੀ ਸਬਸਿਡੀ ਵੀ ਅਸੀਂ ਮੌਕੇ 'ਤੇ ਪੇ ਕਰਦੇ ਹਾਂ, ਵੀ ਇਹਨਾਂ ਨੂੰ ਘਾਟਾ ਨਹੀਂ ਪੈਣ ਦੇਣਾ ਅਸੀਂ। ਸੋ ਇਹ, ਕਿਉਂਕਿ ਇਹ ਜਿਹੜੀਆਂ ਪਾਲਿਸੀਜ਼ ਨੇ, ਇਹ ਸਾਨੂੰ ਕਿਉਂ ਆਉਂਦੀਆਂ ਨੇ ਕਰਨੀਆਂ, ਇਹ ਦੂਜਿਆਂ ਨੂੰ ਕਿਉਂ ਨਹੀਂ ਆਉਂਦੀਆਂ ਸੀ? ਉਹਨਾਂ ਦੇ ਜਿਹੜੇ ਪ੍ਰਧਾਨ ਨੇ ਨਾ, ਉਹ ਪੋਲੀਟੀਸ਼ੀਅਨ ਨੇ, ਅਤੇ ਜਿਹੜੇ ਸਾਡੇ ਪ੍ਰਧਾਨ ਨੇ ਇਹ IRS ਅਫਸਰ ਨੇ, ਇਹ ਆਪਣਾ ਇਨਕਮ ਟੈਕਸ ਦੇ ਕਮਿਸ਼ਨਰ ਰਹੇ ਨੇ। ਇਹਨਾਂ ਨੂੰ ਪਤਾ ਹੈ ਨਾ, ਇਨਕਮ ਟੈਕਸ ਤੋਂ ਬਾਅਦ ਤੁਹਾਨੂੰ ਤਾਂ ਵੱਧ ਪਤਾ ਹੋਊਗਾ ਇਨਕਮ ਟੈਕਸ ਬਾਰੇ। ਇਨਕਮ ਟੈਕਸ ਵਾਲਿਆਂ ਨੂੰ ਪਤਾ ਹੁੰਦਾ ਨਾ ਪੈਸਾ ਲਿਆਉਣਾ ਕਿੱਥੋਂ ਹੈ ਅਤੇ ਲਾਉਣਾ ਕਿੱਥੇ ਹੈ, ਜਾਂ ਪੈਸਾ ਆਉਂਦਾ ਕਿੱਥੇ ਆ ਅਤੇ ਲੱਗਦਾ ਕਿੱਥੇ ਹੈ। ਸੋ ਇਸ ਕਰਕੇ ਅਸੀਂ ਵਾਅਦੇ ਉਹੀ ਕਰਦੇ ਹਾਂ ਜਿਹੜੇ ਪੂਰੇ ਕਰ ਸਕੀਏ। ਅੱਜ ਬੜੀਆਂ ਅੱਛੀਆਂ ਗੱਲਾਂ ਸੁਣਨ ਨੂੰ ਮਿਲੀਆਂ, ਕੁਝ ਸੁਝਾਅ ਮਿਲੇ, ਉਹ ਸਾਰੇ ਅਸੀਂ ਪੂਰੇ ਕਰਾਂਗੇ। ਕੁਝ ਇਸ ਤਰ੍ਹਾਂ ਦੇ ਸੁਝਾਅ ਜਿਹੜੇ ਸਾਨੂੰ ਨਹੀਂ ਪਤਾ ਸੀ, ਪਤਾ ਲੱਗ ਗਏ, ਅਸੀਂ ਇਮੀਡੀਏਟਲੀ ਉਹਨਾਂ 'ਤੇ ਐਕਸ਼ਨ ਸ਼ੁਰੂ ਕਰਾਂਗੇ। ਬਾਰਡਰ ਏਰੀਏ ਦੀ ਜਿਹੜੀ ਆਈਡੈਂਟੀਫਿਕੇਸ਼ਨ ਦੀ ਗੱਲ ਕੀਤੀ ਸੀ ਕਿ ਜਦੋਂ ਅਸੀਂ ਅਪਲਾਈ ਕਰਦੇ ਹਾਂ ਤਾਂ ਬਾਰਡਰ ਏਰੀਏ ਨੂੰ ਜਿਹੜੀਆਂ ਛੋਟਾਂ ਨੇ
ਉਹ ਵਿੱਚ ਅਪਲਾਈ ਨਹੀਂ ਹੁੰਦੀਆਂ, ਉਹ ਵਿੱਚ ਹੀ ਲੈ ਲਈਆਂ ਜਾਂਦੀਆਂ ਨੇ ਤੇ ਬਾਅਦ ਦੇ ਵਿੱਚ ਕਹਿੰਦੇ ਵੀ ਰਿਫੰਡ ਹੈ ਨਹੀਂ, ਕਿਉਂਕਿ ਕਹਿੰਦੇ ਸਰਕਾਰ ਦੀ ਜੇਬ ਵਨ ਵੇ ਹੁੰਦੀ ਹੈ, ਆਉਂਦੇ ਆਉਂਦੇ ਹੀ ਹੈ, ਜਾਂਦੇ ਨਹੀਂ ਉੱਥੋਂ। ਸੋ ਮੈਂ ਸਾਰੇ ਜਿੰਨੇ ਵੀ ਅਨੁਰਾਗ ਜੀ ਬਾਰਡਰ ਏਰੀਆ ਆਈਡੈਂਟੀਫਿਕੇਸ਼ਨ ਕਰਕੇ 6 ਬਾਰਡਰ ਦੇ ਜ਼ਿਲ੍ਹੇ ਨੇ ਆਪਣੇ, ਪਠਾਨਕੋਟ ਤੋਂ ਲੈ ਕੇ ਗੁਰਦਾਸਪੁਰ ਤੋਂ ਲੈ ਕੇ ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ ਤੱਕ, ਅੱਗੇ ਅਬੋਹਰ, ਫਾਜ਼ਿਲਕਾ, ਤੁਸੀਂ ਇਹਨਾਂ ਦੀ ਆਈਡੈਂਟੀਫਿਕੇਸ਼ਨ ਕਰਕੇ ਉਹਦੇ ਵਿੱਚ ਜਦੋਂ ਕੋਈ ਬੰਦਾ ਫਾਜ਼ਿਲਕਾ ਦੀ ਜਾਂ ਅੰਮ੍ਰਿਤਸਰ ਦੀ ਇੰਡਸਟਰੀ 'ਚ ਆਪਣਾ ਐਡਰੈਸ ਭਰਦਾ ਹੈ ਤਾਂ ਉਹ ਜਿਹੜਾ ਐਗਜ਼ੰਪਸ਼ਨ ਜਿਹੜੀ ਦੇਣੀ ਹੈ ਉਹ ਬਟਨ ਜਿਹੜਾ ਔਨ ਹੋ ਜੇ ਤਾਂ ਕਿ ਪਤਾ ਲੱਗੇ, ਕੰਪਿਊਟਰ ਨੂੰ ਵੀ ਪਤਾ ਹੋਵੇ ਕਿ ਇਹ ਬਾਰਡਰ ਜ਼ਿਲ੍ਹੇ ਲਈ ਅਪਲਾਈ ਹੈ। ਇਸ ਕਰਕੇ ਅੱਜ ਕੱਲ੍ਹ ਤਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਆ ਗਈ, ਜੋ ਮਰਜ਼ੀ ਕਰ ਲਓ ਕੁਐਸਚਨ। ਸੋ ਉਹ ਵੀ ਹੋ ਗਿਆ। ਦੂਜਾ, ਪਾਣੀ ਦੀ ਇੱਕ ਵੱਡੀ ਸਮੱਸਿਆ ਕਿ ਧਰਤੀ 'ਚੋਂ ਪਾਣੀ ਜਿਹੜਾ ਲੈਂਦੇ ਹਾਂ ਉਹ ਇੱਕ ਤਾਂ ਵੈਸੇ ਧਰਤੀ 'ਚੋਂ ਪਾਣੀ ਖਤਮ ਹੋ ਰਿਹਾ ਹੈ, ਦੂਜਾ ਤੁਸੀਂ ਕਿਹਾ ਵੀ ਉਹਦੇ 'ਤੇ ਉਹ ਸਾਨੂੰ ਮਹਿੰਗਾ ਪੈ ਰਿਹਾ ਹੈ। ਸੋ ਇਹਦੇ ਲਈ ਕ੍ਰਿਸ਼ਨ ਕੁਮਾਰ ਜੀ ਇਰੀਗੇਸ਼ਨ ਸੈਕਟਰੀ ਨੇ, ਪਹਿਲਾਂ ਤਾਂ ਇਹਨਾਂ ਲਈ ਮੈਂ ਇੱਕ ਵਾਰੀ ਤੁਹਾਨੂੰ ਕਹੂੰਗਾ ਕਿ ਤਾਲੀਆਂ ਇਹਨਾਂ ਨੇ ਫਲੱਡਸ ਦੇ ਵਿੱਚ ਔਰ ਪਾਣੀਆਂ ਨੂੰ ਕਿਵੇਂ ਖੇਤਾਂ ਤੱਕ ਪਹੁੰਚਾਉਣਾ ਉਹਦੇ ਵਿੱਚ ਬਹੁਤ ਕਮਾਲ ਦਾ ਕੰਮ ਕੀਤਾ ਹੈ। ਅਸੀਂ ਪੰਜਾਬ ਵਾਲੇ ਜਿਹੜੇ ਆ ਆਪਣਾ 32-33% ਪਾਣੀ ਹੀ ਨਹਿਰੀ ਪਾਣੀ ਇਸਤੇਮਾਲ ਕਰ ਰਹੇ ਸੀ। ਅਸੀਂ ਹੁਣ ਪਾਈਪਾਂ ਪਾ ਕੇ ਉਹਨਾਂ ਨੂੰ ਜਿਹੜਾ ਹੈ ਉਹ ਲੈ ਗਏ ਖੇਤਾਂ ਤੱਕ। 40-40 ਸਾਲਾਂ ਬਾਅਦ ਪਾਣੀ ਦੇਖਿਆ ਲੋਕਾਂ ਨੇ, 35-35 ਸਾਲਾਂ ਬਾਅਦ ਪਾਣੀ ਲੋਕਾਂ ਨੇ ਦੇਖਿਆ। ਸੋ ਕ੍ਰਿਸ਼ਨ ਕੁਮਾਰ ਜੀ, ਧਰਤੀ ਵਾਲਾ ਪਾਣੀ ਬਾਅਦ 'ਚ ਡਿਸਕਸ ਕਰ ਲਾਂਗੇ, ਪਹਿਲਾਂ ਆਪਾਂ ਇਹਨਾਂ ਨੂੰ ਕਿਉਂ ਨਾ ਨਹਿਰੀ ਪਾਣੀ ਜਿਹੜਾ ਪਾਈਪਾਂ ਦੇ ਕੇ ਆਪਾਂ ਇੰਡਸਟਰੀਆਂ ਨੂੰ ਨਹਿਰ ਦੇ ਪਾਣੀ ਦੀ ਜਿਹੜੀ ਉਹ ਕਿੰਨੇ ਚਿਰ 'ਚ ਪੋਸੀਬਲ ਹੋ ਸਕਦੀ ਹੈ ਜਾਂ ਕਿੰਨਾ ਕੁ ਉਹਦਾ ਟਾਈਮ ਬਾਉਂਡ ਹੋਊਗਾ, ਇਹ ਤੁਸੀਂ ਬਾਈਕ ਲੈ ਹੈ ਜੀ, ਕਿਉਂਕਿ ਵੱਡੀ ਸਮੱਸਿਆ, ਬਹੁਤ ਵੱਡੀ ਸਮੱਸਿਆ। ਆਪਾਂ ਵੀ ਪਾਈਪਾਂ ਪਾਉਣ ਲਈ ਅਸੀਂ ਕੋਈ ਪੈਸਾ ਨਹੀਂ ਲੈਂਦੇ ਕਿਸੇ ਤੋਂ। ਪਹਿਲਾਂ ਸੀਗਾ 90% ਸਰਕਾਰ ਦਾ ਸੀ, 10% ਪੰਚਾਇਤ ਦਾ ਸੀ, ਅਸੀਂ 100% ਹੀ ਆਪਣਾ ਕਰਤਾ, 10% ਕਈ ਵਾਰੀ ਪੰਚਾਇਤਾਂ ਕੋਲ ਪੈਸੇ ਹੁੰਦੇ ਨਹੀਂ। ਸਰ ਇਹ ਇੰਡਸਟਰੀ ਦੇ ਜਿਵੇਂ ਕਲਸਟਰਸ ਹੈ, ਜਿਵੇਂ ਆਮ ਤੌਰ 'ਤੇ ਸਰ ਡਾਈਂਗ ਇੰਡਸਟਰੀ ਹੈ, ਇਹਨਾਂ ਨੂੰ ਪਾਣੀ ਦੀ ਜ਼ਿਆਦਾ ਲੋੜ ਹੁੰਦੀ ਹੈ, ਪੁਰਾਣੇ ਸ਼ਹਿਰਾਂ ਦੇ ਵਿੱਚ ਵੀ ਹੈ। ਤੇ ਸਰ ਇਹਦੇ ਵਿੱਚ ਸੁਝਾਅ ਇਹ ਆਇਆ ਹੈ ਕਿ ਇਹਨਾਂ ਦੇ ਕਲਸਟਰਸ ਬਣ ਜਾਣ, ਉਹਨਾਂ ਕਲਸਟਰਸ ਤੱਕ ਅਸੀਂ ਨਹਿਰਾਂ ਆਪਣੀ ਲੱਗਦੀਆਂ ਨੇੜੇ ਤੇੜੇ ਸਾਰੇ ਲੱਗਦੀਆਂ। ਸਰ ਕੋਈ ਪੰਜਾਬ ਦੇ ਵਿੱਚ ਇਹੋ ਜਿਹੀ ਜਗ੍ਹਾ ਨਹੀਂ ਹੈ ਸਰ ਜਿੱਥੇ ਨਹਿਰ ਦੀ ਪਾਣੀ ਦੀ ਅਵੇਲੇਬਿਲਿਟੀ ਨਾ ਹੋ ਸਕੇ। ਪਾਣੀ ਦੀ ਅਵੇਲੇਬਿਲਿਟੀ ਹੋ ਜਾਏਗੀ ਸਰ, ਔਰ ਨਹਿਰ ਦਾ ਪਾਣੀ ਜੇ ਆਪਾਂ ਯੂਜ਼ ਕਰਾਂਗੇ ਤਾਂ ਉਤਨਾ ਹੀ ਗਰਾਊਂਡ ਵਾਟਰ ਜਿਹੜਾ ਅੰਦਰੋਂ ਸਰ ਪਾਣੀ ਹੈ ਉਹ ਘੱਟ ਨਿਕਲੇਗਾ। ਰੇਟ ਵੀ ਸਰ ਜੋ ਨਹਿਰੀ ਪਾਣੀ ਦੀ ਜੋ ਪਾਲਿਸੀ ਬਣਾਈ ਸੀ ਸਰ, ਰੇਟ ਉਹ ਵੀ ਸਰ ਅੰਡਰ ਕੰਸੀਡਰੇਸ਼ਨ ਹੈ ਸਰ, ਉਸ 'ਤੇ ਵੀ ਸਰ ਵਿਚਾਰ ਕਰਨਾ ਸਰ। ਠੀਕ ਹੈ ਜੀ, ਤਾਂ ਆਉਣ ਵਾਲੇ ਦਿਨਾਂ 'ਚ ਫਿਰ ਆਪਾਂ ਇਹ ਤੇ ਜਿਵੇਂ ਆਪਾਂ ਖੇਤਾਂ ਨੂੰ ਪਾਣੀ ਦੇਣ ਦੀ ਮੁਹਿੰਮ ਹੈ, ਇਸ ਤਰ੍ਹਾਂ ਇੰਡਸਟਰੀ ਨੂੰ ਵੀ ਪਾਣੀ ਦੇਣ ਨੂੰ ਪੈਰਲਲ। ਸਰ ਮੈਨੂੰ ਲੱਗਦਾ ਹੈ ਕਿ ਇੱਥੇ ਜ਼ਿਆਦਾ ਦਿੱਕਤ ਨਹੀਂ ਆਏਗੀ, ਕਿਉਂਕਿ ਆਲਰੇਡੀ ਆਪਣੇ ਕੋਲ ਨਹਿਰਾਂ ਹੈਗੀਆਂ, ਜਿੱਥੇ ਜਿੱਥੇ ਇੰਡਸਟਰੀ ਲੱਗੀ ਹੈ ਉੱਥੇ ਆਲੇ ਦੁਆਲੇ ਬਿਲਕੁਲ ਨੇੜੇ ਤੇੜੇ ਉੱਥੇ ਆਲਰੇਡੀ ਨਹਿਰ ਪਾਣੀ ਮਤਲਬ ਮੌਜੂਦ ਹੈ ਸਰ, ਮਿਲ ਜਾਏਗਾ ਜੀ। ਕਨੈਕਟੀਵਿਟੀ ਕਰਨੀ ਹੈ ਸਰ, ਉਹ ਕਰ ਦੇਣਾ ਜੀ। ਦੇਖੋ, ਬਿਜਲੀ ਬੋਰਡ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੇ, ਪਰ ਖੁਸ਼ੀ ਦੀ ਗੱਲ ਇਹ ਹੈ ਕਿ ਬਿਜਲੀ ਬੋਰਡ ਜਿਹੜਾ ਉਹਦੇ ਨਾਲ ਸਾਡਾ, ਕਿਉਂਕਿ ਇੰਡਸਟਰੀ ਹੈ, ਬਿਜਲੀ ਬੋਰਡ ਦੀਆਂ ਅਕਸਰ ਸ਼ਿਕਾਇਤਾਂ ਚੱਲਦੀਆਂ ਰਹਿੰਦੀਆਂ ਨੇ ਆਪਸ 'ਚ ਇੱਕ ਦੂਜੇ ਨਾਲ, ਪਰ ਅਸੀਂ ਨਵੇਂ ਟਰਾਂਸਫਾਰਮਰ, ਨਵੇਂ 220 kV ਦੇ ਸਬ ਸਟੇਸ਼ਨ, ਜਿਹੜੇ 66 kV ਦੇ ਨਵੇਂ ਸਬ ਸਟੇਸ਼ਨ, 6 ਕਰੋੜ ਰੁਪਇਆ ਈਚ, 66 kV ਦੇ 6 ਕਰੋੜ ਰੁਪਏ ਈਚ ਬਾਈ ਮਈ 2024 ਤੱਕ 18 ਯਾਨੀ ਕਿ 3 ਲੋਪੋਕੇ, ਰਾਮ ਤੀਰਥ ਤੇ ਫੋਕਲ ਪੁਆਇੰਟ ਨਵੇਂ 66 kV ਦੇ ਜਿਹੜੇ ਸਟੇਸ਼ਨ ਨੇ ਉਹ ਤਿਆਰ ਹੋ ਜਾਣਗੇ। ਤੁਹਾਨੂੰ ਮਿਲੂਗੀ ਬਿਜਲੀ, ਤੁਹਾਡੇ ਲਈ ਹੋਊਗੀ। ਫਿਰ ਵੱਡੀ ਗੱਲ ਇੱਕ ਗੱਲ ਕੀਤੀ ਸੀਗੀ, ਚੱਠਾ ਸਾਹਿਬ ਨੇ ਵੀ ਗੱਲ ਕੀਤੀ ਸੀ ਕਿ ਪੁਲਿਸਿੰਗ, 2 ਨਵੀਆਂ ਅਨਾਉਂਸਮੈਂਟਾਂ ਅਸੀਂ ਅੱਜ ਕਰਨ ਲੱਗੇ ਹਾਂ ਪੁਲਿਸ ਨਾਲ ਸੰਬੰਧਿਤ, ਖਾਸ ਤੌਰ 'ਤੇ ਅੰਮ੍ਰਿਤਸਰ ਨਾਲ ਸੰਬੰਧਿਤ। ਪਹਿਲੀ ਕਿ ਅਸੀਂ ਅੰਮ੍ਰਿਤਸਰ ਦੇ ਵਿੱਚ ਇੱਕ ਟੂਰਿਜ਼ਮ ਨਾਲ ਰਿਲੇਟਡ ਪੁਲਿਸ ਦਾ ਯੂਨਿਟ ਬਣਾਉਣ ਲੱਗੇ ਹਾਂ, ਅਲੱਗ ਵਰਦੀ, ਵਧੀਆ ਚੰਗੇ ਇੰਗਲਿਸ਼ ਸਪੀਕਿੰਗ ਮੁੰਡੇ ਕੁੜੀਆਂ, ਤਾਂ ਕਿ ਕੋਈ ਟੂਰਿਸਟ ਆਵੇ
ਉਹਨੂੰ ਇਹ ਵਰਦੀ ਤੋਂ ਹੀ ਪਤਾ ਲੱਗ ਜੇ ਕਿ ਇਹ ਮੇਰਾ ਹੈਲਪਰ ਹੈ, ਇਹ ਮੈਨੂੰ ਕੋਈ ਦਿੱਕਤ ਹੈ ਤਾਂ ਮੈਂ ਇਹਦੇ ਨਾਲ ਗੱਲ ਕਰ ਸਕਦਾ। ਇੱਕ ਟੂਰਿਸਟ ਨਾਲ ਰਿਲੇਟਡ ਪੁਲਿਸ ਯੂਨਿਟ ਜਿਹੜਾ ਉਹ ਅੰਮ੍ਰਿਤਸਰ ਦੇ ਵਿੱਚ ਅਸੀਂ ਉਹਦਾ ਪਾਇਲਟ ਪ੍ਰੋਜੈਕਟ ਇੱਥੇ ਕਰ ਰਹੇ ਹਾਂ। ਅਤੇ ਅੰਮ੍ਰਿਤਸਰ ਵੈਸੇ ਵੀ ਸਭ ਦੇ ਦਿਲਾਂ ਦੇ ਨੇੜੇ ਆ, ਸਾਡੇ ਵੀ ਦਿਲਾਂ ਦੇ ਨੇੜੇ ਹੈ। 1 ਲੱਖ ਫੁੱਟਫਾਲ ਹੈ ਜੀ ਇੱਕ ਦਿਨ ਦੀ ਸਰ। ਤਾਂ ਫਿਰ ਕਿਉਂਕਿ ਅਸੀਂ ਤਾਂ ਹੋਰ ਵਧਾਉਣ ਲੱਗੇ ਹਾਂ ਇਹਨੂੰ, ਤਾਂ ਸਾਨੂੰ ਇਹ ਚੀਜ਼ ਦੀ ਲੋੜ ਪੈਣੀ ਹੈ। ਅਤੇ ਫਿਰ ਨੰਬਰ 2, ਤੁਸੀਂ ਟਰਾਂਸਪੋਰਟ ਜਿਹੜੇ ਟ੍ਰੈਫਿਕ ਹੈ ਕਾਫੀ ਹੱਦ ਤੱਕ ਕੰਟਰੋਲ ਹੋ ਗਈ ਹੈ, ਪਰ ਹਜੇ ਵੀ ਬਹੁਤ ਸਾਰੇ ਐਸੇ ਏਰੀਏ ਨੇ ਜਿੱਥੇ ਜਾਮ ਲੱਗਦੇ ਨੇ। ਅਸੀਂ ਹੁਣ ਪੁਲਿਸਿੰਗ ਦੇ ਵਿੱਚ ਅਤੇ ਟ੍ਰੈਫਿਕਿੰਗ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਟ ਇੰਟਰੋਡਿਊਸ ਕਰ ਰਹੇ ਹਾਂ। ਪੰਜਾਬ ਪਹਿਲਾ ਸੂਬਾ ਜਿਹਨੇ ਆਪਣੀ ਨਵੀਂ ਸੜਕ ਸੁਰੱਖਿਆ ਫੋਰਸ ਬਣਾਉਣ ਦਾ ਫੈਸਲਾ ਕੀਤਾ ਹੈ, ਸਿਰਫ ਸੜਕਾਂ 'ਤੇ। ਔਰ ਉਹਨਾਂ ਕੋਲੇ ਟੋਇਟਾ ਦੀਆਂ ਗੱਡੀਆਂ ਜਿਹੜੀਆਂ ਫਾਈਨਲ ਹੋਈਆਂ ਨੇ, ਵੱਡੀਆਂ ਗੱਡੀਆਂ ਜੋ ਦੁਬਈ ਪੁਲਿਸ ਕੋਲੇ ਅੱਜ ਗੱਡੀਆਂ ਨੇ, ਉਹ ਅੱਜ ਅਸੀਂ ਉਹਨਾਂ ਨੂੰ ਗੱਡੀਆਂ 129 ਗੱਡੀਆਂ ਦੇਵਾਂਗੇ। ਉਹ ਸਾਰੀਆਂ ਉਹ ਪੁਲਿਸ ਜਿਹੜੀ ਹੈ ਇਕੱਲੀਆਂ ਸੜਕਾਂ 'ਤੇ ਰਹੂਗੀ। ਬਸ ਹਰ 30 ਕਿਲੋਮੀਟਰ ਦੇ ਰੇਡੀਅਸ 'ਚ ਤੁਹਾਨੂੰ ਗੱਡੀ ਮਿਲੂਗੀ ਗਸ਼ਤ ਕਰਦੀ। ਔਰ ਇਕੱਲੀ ਗੱਡੀ ਨਹੀਂ ਹੋਊਗੀ, ਉਹ ਕੋਈ ਚਲਾਨ ਕੱਟਣ ਵਾਸਤੇ ਨਹੀਂ ਬਣਾ ਰਹੇ ਅਸੀਂ। ਮੈਂ ਪਾਰਲੀਮੈਂਟ ਦੇ ਵਿੱਚ ਸਵਾਲ ਉਠਾਇਆ ਸੀਗਾ, ਮੈਂ ਮੈਂਬਰ ਰੈਫਰੈਂਸ ਸਰਵਿਸ ਦੇ ਵਿੱਚੋਂ ਡਾਟਾ ਕਢਾਇਆ ਸੀ 2019 'ਚ, ਹੁਣ ਤਾਂ ਵੱਧ ਗਿਆ ਹੋਊਗਾ। 14 ਬੰਦੇ ਹਰ ਰੋਜ਼ ਪੰਜਾਬ ਦੇ ਵਿੱਚ ਔਨ ਦਾ ਸਪੌਟ ਮਰਦੇ ਨੇ ਜੀ ਐਕਸੀਡੈਂਟਾਂ 'ਚ ਸੜਕ 'ਤੇ, ਔਰ ਹਾਈਐਸਟ ਇਨ ਇੰਡੀਆ। 14 ਨੂੰ ਕਰ ਲਓ, 30 ਨਾਲ ਗੁਣਾ 420 ਹੋ ਗਏ, ਤਾਂ ਉਹਨੂੰ 12 ਨਾਲ ਗੁਣਾ ਕਰ ਲਓ, 52-5300 ਬੰਦਾ ਮਰ ਜਾਂਦਾ ਜੀ 1 ਸਾਲ 'ਚ, ਜਿਹੜਾ ਕਿ ਬਚਾਇਆ ਜਾ ਸਕਦਾ ਹੈ। SSF ਸੜਕ ਸੁਰੱਖਿਆ ਫੋਰਸ ਇਸੇ ਕੰਮ 'ਤੇ ਹੋਊਗੀ ਕਿ ਕੋਈ ਟਰੱਕ ਖੜ ਗਿਆ, ਉਹਨੂੰ ਚੱਕ ਕੇ ਸਾਈਡ 'ਤੇ ਕਰਤਾ, ਉਹਨੂੰ ਟੋ ਕਰਕੇ, ਕੋਈ ਕਿਤੇ ਐਕਸੀਡੈਂਟ ਹੋ ਗਿਆ ਉੱਥੇ ਪਹੁੰਚ ਗਏ, ਉਹਨਾਂ ਕੋਲੇ ਹਰ ਫੈਸਿਲਿਟੀ ਹੋਊਗੀ, ਫਸਟ ਏਡ ਤੋਂ ਲੈ ਕੇ ਉਹਨਾਂ ਕੋਲ ਗੈਸ ਕਟਰ ਤੱਕ ਹੋਣਗੇ ਕਿ ਕਿਸੇ ਦੀ ਜਾਨ ਬਚਾ ਸਕੀਏ। ਸੋ ਇਸ ਕਰਕੇ ਜੇ ਆਪਾਂ ਪਹਿਲੇ ਸਾਲ 'ਚ 50% 'ਤੇ ਵੀ ਲਾਇਆ, 2500 ਬੰਦੇ ਦੀ ਜਾਨ ਬਚ ਜੂਗੀ ਜੀ। ਇਹ ਤੋਂ ਵੱਡਾ ਪੁੰਨ ਕੀ ਹੋ ਸਕਦਾ ਜੀ। ਸੋ ਉਹ ਅਸੀਂ ਵਰਦੀ ਵਗੈਰਾ ਫਾਈਨਲ ਹੋ ਗਈ, ਗੱਡੀਆਂ ਦੇ ਆਰਡਰ ਚਲੇ ਗਏ, ਬਸ ਅੱਗੇ ਲਾਂਚਿੰਗ ਹੀ ਆ ਬਸ ਹੁਣ ਤਾਂ। ਔਰ ਵਧੀਆ ਨੌਜਵਾਨ ਮੁੰਡੇ ਕੁੜੀਆਂ ਉਹ SSF ਦੇ ਵਿੱਚ ਸੜਕ 'ਤੇ ਤੁਹਾਨੂੰ ਕੋਈ ਦਿੱਕਤ ਆਵੇ ਤਾਂ ਤੁਸੀਂ ਪਾਓਗੇ ਕਿ ਤੁਹਾਡੇ 2-3 ਮਿੰਟ ਦੇ ਜਿਹੜਾ ਰੇਡੀਅਸ ਦੇ ਵਿੱਚ ਹੀ ਕੋਈ ਨਾ ਕੋਈ ਪੁਲਿਸ ਤੁਹਾਡੀ ਹੈਲਪ ਕਰਨ ਲਈ ਆਊਗਾ। ਬਾਕੀ ਇੰਡਸਟਰੀ ਜਿਹੜੀ ਹੈ, ਮੈਂ ਇਹ ਮੰਨਦਾ ਹੁੰਦਾ ਕਿ ਇਹ ਇੰਡਸਟਰੀ ਜਿਹੜੀ ਹੈ ਅੰਨਦਾਤਾ ਹੈ, ਕਿੰਨੇ ਹਜ਼ਾਰਾਂ ਬੰਦੇ ਕੰਮ ਕਰਦੇ ਆ। ਜੇ ਇੰਡਸਟਰੀ ਵਿਸ਼ਵਾਸ ਪ੍ਰਗਟ ਕਰਦੀ ਹੈ ਤੁਹਾਡੇ 'ਚ, ਇਹ ਤੁਹਾਡੇ ਲਈ ਖਾਸ ਤੌਰ 'ਤੇ ਤੁਹਾਡੀ ਪੋਲੀਟੀਕਲ ਪਾਰਟੀ ਜਾਂ ਸਰਕਾਰ ਦੇ ਵਿੱਚ ਜੇ ਵਿਸ਼ਵਾਸ ਪ੍ਰਗਟ ਕਰਦੇ ਆ ਨਾ ਇੰਡਸਟਰੀਲਿਸਟ, ਇਹ ਤੋਂ ਵੱਡਾ ਕੋਈ ਇਨਾਮ ਨਹੀਂ ਹੋ ਸਕਦਾ। ਕਿਉਂਕਿ ਇੰਡਸਟਰੀਲਿਸਟ ਵਿਸ਼ਵਾਸ ਕਦੋਂ ਕਰਦਾ? ਇੰਡਸਟਰੀਲਿਸਟ ਵਿਸ਼ਵਾਸ ਉਦੋਂ ਕਰਦਾ ਸਭ ਤੋਂ ਲੇਟ ਆ ਉਹ, ਪਰ ਕਿਉਂਕਿ ਉਹਨੂੰ ਪੰਗੇ ਬਹੁਤ ਪੈਂਦੇ ਆ ਨਾ। ਇੰਡਸਟਰੀਲਿਸਟ ਵਿਸ਼ਵਾਸ ਉਦੋਂ ਕਰਦਾ ਜਦੋਂ ਉਹਨੂੰ ਕਰਪਸ਼ਨ ਫਰੀ ਮਾਹੌਲ ਮਿਲ ਜੇ। ਇੰਡਸਟਰੀਲਿਸਟ ਵਿਸ਼ਵਾਸ ਉਦੋਂ ਕਰਦਾ ਜਦੋਂ ਜਿਹੜੇ ਸੂਬੇ 'ਚ ਲਾਅ ਐਂਡ ਆਰਡਰ ਦੀ ਹਾਲਤ ਜਿਹੜੀ ਹੈ ਉਹ ਪਰਫੈਕਟ ਹੋਵੇ। ਇੰਡਸਟਰੀਲਿਸਟ ਵਿਸ਼ਵਾਸ ਉਦੋਂ ਕਰਦਾ ਜਦੋਂ ਉਹਨੂੰ ਇਹ ਲੱਗੇ ਕਿ ਮੈਨੂੰ ਮੇਰੇ ਫੈਕਟਰੀ ਜਾਣ ਵੇਲੇ ਅਤੇ ਘਰ ਜਾਣ ਵੇਲੇ ਪ੍ਰਾਊਡ ਫੀਲ ਹੁੰਦਾ, ਮੈਨੂੰ ਸਰਕਾਰ ਮੈਨੂੰ ਟੈਕਸ ਦਾਤਾ ਕਹਿੰਦੀ ਹੈ, ਨਾ ਕਿ ਮੈਨੂੰ ਚੋਰ ਕਹਿੰਦੀ ਹੈ। ਆਮ ਤੌਰ 'ਤੇ ਚੋਰ ਕਿਹਾ ਜਾਂਦਾ ਰਹਿੰਦਾ ਇੰਡਸਟਰੀਲਿਸਟ ਵਿਸ਼ਵਾਸ। ਸੋ ਜਦੋਂ ਕਿਤੇ ਕੋਈ ਸਵਾਲ ਉੱਠਦਾ ਕਹਿੰਦੇ ਪੰਜਾਬ 'ਚ ਲਾਅ ਐਂਡ ਆਰਡਰ, ਸਭ ਤੋਂ ਵੱਡਾ ਜਵਾਬ ਇੰਡਸਟਰੀਅਲਿਸਟ ਦਿੰਦੇ ਨੇ। ਉਹ ਕਹਿੰਦੇ ਭਾਈ ਅਸੀਂ ਤਾਂ ਸਾਰਾ ਯੂਪੀ ਉਧਰੋਂ ਮੱਧ ਪ੍ਰਦੇਸ਼ ਛੱਡ ਕੇ ਪੰਜਾਬ 'ਚ ਆ ਗਏ। ਟਾਟਾ ਸਟੀਲ ਵਾਲੇ 2600 ਕਰੋੜ ਰੁਪਇਆ ਲਾ ਰਹੇ ਨੇ, ਆਫਟਰ ਜਮਸ਼ੇਦਪੁਰ ਸੈਕਿੰਡ ਬਿਗੈਸਟ ਹੋਊਗਾ ਉਹਨਾਂ ਦਾ, ਅਤੇ ਉਹ ਐਵੇਂ ਹੀ ਆ ਗਏ। ਫਿਰ ਉਹ ਭਾਈ ਦੇਖ ਕੇ ਆਉਂਦੇ ਆ, ਇੰਡਸਟਰੀਅਲਿਸਟ ਦੇਖ ਕੇ ਆਉਂਦਾ ਕਿ ਇੱਥੇ ਮੇਰਾ ਪੈਸਾ ਸੇਫ ਹੈ ਜਾਂ ਨਹੀਂ। ਹੁਣ ਮਨੀਪੁਰ 'ਚ ਇੰਡਸਟਰੀ ਲੱਗ ਜੂਗੀ ਜੀ, ਜਿਸ ਕਿਸਮ ਦੀ ਨਫ਼ਰਤ ਫੈਲ ਗਈ ਉੱਥੇ। ਤੁਸੀਂ ਇਹ ਇੰਡਸਟਰੀਲਿਸਟ ਕਹਿੰਦਾ ਮੈਂ ਇਹਨਾਂ ਚੀਜ਼ਾਂ ਤੋਂ ਕੀ ਲੈਣਾ ਯਾਰ। ਉੱਥੇ ਲੜਾਈ ਨਾ ਹੋਵੇ, ਉੱਥੇ ਸਟ੍ਰਾਈਕਾਂ ਨਾ ਹੋਣ, ਉੱਥੇ ਮਾਰ ਧਾੜ ਨਾ ਹੋਵੇ, ਮੈਂ ਉੱਥੇ ਕੰਮ ਕਰਾਂ ਅਤੇ ਮੇਰਾ ਪ੍ਰੋਡਕਸ਼ਨ ਜਿਹੜੀ ਹੈ ਉਹ ਸਰਕਾਰ ਵਧਾਉਣ ਦੇ ਵਿੱਚ
ਸਾਡੀ ਹੈਲਪ ਕਰਦੀ ਹੋਵੇ ਤਾਂ ਇੰਡਸਟਰੀਲਿਸਟ ਵਿਸ਼ਵਾਸ ਕਰਦਾ ਜੀ। ਸੋ ਅਸੀਂ ਬਹੁਤ ਲੱਕੀ ਹਾਂ ਇਸ ਮਾਮਲੇ 'ਚ। ਦਿੱਲੀ ਦਾ ਇੰਡਸਟਰੀਲਿਸਟ ਅਰਵਿੰਦ ਕੇਜਰੀਵਾਲ 'ਚ ਵਿਸ਼ਵਾਸ ਕਰਦਾ, ਤੁਸੀਂ ਸਾਡੇ 'ਚ ਵਿਸ਼ਵਾਸ ਜਤਾ ਰਹੇ ਹੋ। ਹਾਂ ਤਾਂ 1.5 ਸਾਲ ਹੀ ਹੋਇਆ ਇਹਨਾਂ ਨੂੰ, ਉੱਥੇ 8 ਸਾਲ ਹੋ ਗਏ, ਔਰ ਇਹਨਾਂ ਨੇ ਐਸੇ ਐਸੇ ਕਮਾਲ ਦੇ ਆਈਡੀਏ ਉੱਥੇ ਕੱਢੇ ਹੋਏ ਨੇ। ਉਦੋਂ ਬੈਟ ਸੀ, ਹੁਣ ਤਾਂ GST ਆ ਗਿਆ, ਤਾਂ ਬੈਟ ਸੀ 12.5%। ਤਾਂ ਇਹਨਾਂ ਨੇ ਮਨੀਸ਼ ਸਿਸੋਦੀਆ ਜੀ ਉਦੋਂ ਫਾਈਨਾਂਸ ਮਿਨਿਸਟਰ ਸੀ ਨਾਲ, ਤਾਂ ਇਹਨਾਂ ਨੇ ਬੁਲਾ ਲਏ ਸਾਰੇ ਇੰਡਸਟਰੀਸਟ। ਹਾਂ ਵੀ ਕਹਿੰਦੇ ਜੀ ਬੈਟ ਘਟਾ ਦਿਓ, ਇੰਸਪੈਕਟਰਾਂ ਦੀਆਂ ਰੇਟਾਂ ਬੰਦ ਕਰਾ ਦਿਓ। ਇਹਨਾਂ ਨੇ ਉੱਦਾਂ ਹੀ ਆਰਡਰ ਦਿੱਤੇ ਜਿੱਦਾਂ ਆਪਾਂ ਕਰਦੇ ਅੱਜ, ਇੱਦਾਂ ਹੀ ਬਹਿ ਗਏ ਸੀ। ਕਹਿੰਦੇ ਵੀ ਇੰਸਪੈਕਟਰ ਦੀ ਕੋਈ ਰੇਟ ਨਹੀਂ ਹੋਊਗੀ। ਬੈਟ 12.5% ਤੋਂ ਘਟਾ ਕੇ 7%, 5% ਕਰਤਾ, 7.5% ਬੈਟ ਘਟਾਤਾ। ਪਰ ਨਾਲ ਇਹ ਕਹਿਤਾ ਲੈ ਹੁਣ ਨਾ ਇਮਾਨਦਾਰੀ ਨਾਲ ਟੈਕਸ ਭਰ ਦਿਓ। ਤੁਸੀਂ ਯਕੀਨ ਕਰਿਓ 7.5% ਬੈਟ ਘਟਾ ਕੇ ਦਿੱਲੀ ਗਵਰਨਮੈਂਟ ਦਾ 2000 ਕਰੋੜ ਦਾ ਰੈਵਨਿਊ ਵੱਧ ਗਿਆ ਜੀ। ਜਦੋਂ ਇੰਡਸਟਰੀਲਿਸਟ ਨੂੰ, ਜਦੋਂ ਮੁਲਾਜ਼ਮ ਨੂੰ, ਜਦੋਂ ਕਿਸੇ ਸੂਬੇ ਦੇ ਨਾਗਰਿਕਾਂ ਨੂੰ ਇਹ ਯਕੀਨ ਹੋ ਜੇ ਕਿ ਜਿਹੜਾ ਮੈਂ ਟੈਕਸ ਦਿੰਦਾ ਇਹ ਕਿਸੇ ਨਾ ਕਿਸੇ ਫੈਸਿਲਿਟੀ ਦੇ ਰੂਪ 'ਚ ਮੇਰੇ ਤੇ ਵਾਪਸ ਆਊਗਾ, ਤਾਂ ਉਹ ਟੈਕਸ ਦੇਣ ਲੱਗ ਜਾਂਦੇ। ਅੰਮ੍ਰਿਤਸਰ ਵਾਲੇ ਤਾਂ ਦਾਨੀ ਨੇ, ਦੇਖੋ ਸਰ ਕੁਛ ਨਹੀਂ ਮੰਗਿਆ, ਹਰੇਕ ਨੇ ਕਿਹਾ ਪੈਸੇ ਦੇਵਾਂਗੇ, ਸਾਥੋਂ ਲੈ ਲਓ, ਸਾਥੋਂ ਲੈ ਲਓ, ਬਸ ਸਾਨੂੰ ਮਿਲ ਲਓ 19 ਤਰੀਕ ਨੂੰ। ਅਸੀਂ ਤਾਂ ਬੈਠੇ ਹਾਂ ਵੀ ਆਹ ਗਲੀਆਂ ਸਾਇਂ ਕਰ ਦਿਓ, ਸਾਥੋਂ ਪੈਸੇ ਲੈ ਲਓ, ਸਾਨੂੰ ਕੋਈ ਸਬਸਿਡੀ ਨਹੀਂ ਚਾਹੀਦੀ। ਇਹ ਅੰਮ੍ਰਿਤਸਰ ਵਾਲੇ ਤਾਂ ਸਰ ਇੱਥੇ ਤਾਂ ਦੁਨੀਆ ਮੰਗਣ ਹੁੰਦੀ ਹੈ ਸਰ, ਇੱਥੋਂ ਦੇ ਲੋਕ ਤਾਂ ਦਾਤਾ ਹੀ ਹੈਗੇ ਹੀ ਨੇ, ਧਰਤੀ ਦਾਤਾ ਜਿਹੜੀ ਹੈ ਇਹ ਬਰਕਤ ਵਾਲੀ ਹੈ। ਸੋ ਇਹ ਤੁਹਾਨੂੰ ਡਿਪਾਰਟਮੈਂਟ ਆਫ ਲੇਬਰ ਦਾ ਜਿੰਨੇ ਵੀ ਤੁਸੀਂ ਇਹ ਮੈਂ ਸਾਰੇ ਇਹ ਮੈਂ ਅੱਜ ਤੋਂ ਨਹੀਂ, ਮੈਂ ਤਾਂ ਪਿਛਲੇ 4 ਮਹੀਨੇ ਤੋਂ ਲੱਗੇ, ਮੇਰੇ ਮੂੰਹ ਜਵਾਨੀ ਯਾਦ ਨੇ ਸਾਰੇ, ਮੈਂ ਬਣਵਾਏ ਨੇ ਇਹ ਕਹਿ ਕੇ। ਮੈਂ ਇਹ ਨਹੀਂ ਕਿਹਾ ਕਿ ਅੱਜ ਆਓ ਮੇਰਾ ਅਫਸਰ ਪੜ੍ਹ ਦੂਗਾ ਮੈਂ ਕਹਿ ਦੂੰਗਾ, ਮੇਰੇ ਕੱਲੇ ਮੇਰੇ ਲਾਈਨ ਯਾਦ ਹੈ ਕਿ ਕਿਵੇਂ ਕਰਨਾ ਹੈ। ਕਿ ਚੌਂਕੀਆਂ 14 ਖੋਲ੍ਹੀਆਂ, ਹਾਂ 14 ਚੌਂਕੀਆਂ। ਮੁਹਾਲੀ ਵਾਲੇ ਕਹਿੰਦੇ ਸਾਨੂੰ ਥਾਣਾ ਹੀ ਦੇ ਦਿਓ, ਇੰਡਸਟਰੀਅਲ ਥਾਣਾ। ਅਸੀਂ ਕਿਹਾ ਪਹਿਲਾਂ ਇੰਡਸਟਰੀਅਲ ਥਾਣਾ, ਉੱਥੇ ਥਾਣੇ ਦੀ ਵੀ ਪਰਮਿਸ਼ਨ ਦੇਤੀ। ਸੋ ਹੋਮ ਨਾਲ ਰਿਲੇਟਡ, ਬਿਜਲੀ ਨਾਲ ਰਿਲੇਟਡ, ਲੋਕਲ ਬਾਡੀਜ਼ ਨਾਲ ਰਿਲੇਟਡ, ਸੜਕਾਂ ਨਾਲ ਰਿਲੇਟਡ ਜਿੰਨੀ ਵੀ ਪਾਲਿਸੀਆਂ ਨੇ ਸਾਰੀਆਂ ਤੁਹਾਡੇ ਨਾਲ ਪੁੱਛ ਕੇ ਨੇ। ਨਾਲ ਹੋਰ ਦਰਵਾਜ਼ੇ ਬੰਦ ਨਹੀਂ ਕੀਤੇ, ਦਰਵਾਜ਼ੇ ਖੁੱਲ੍ਹੇ ਨੇ। ਕਈ ਚੀਜ਼ਾਂ ਦਾ ਵਾਹ ਪਿਆ ਜਾਣੀ ਹੈ ਜਾਂ ਰਾਹ ਪਿਆ ਜਾਣੀ ਹੈ, ਪੰਜਾਬੀ ਦੀ ਕਹਾਵਤ ਹੈ। ਕਈ ਚੀਜ਼ਾਂ ਦਾ ਇਸਤੇਮਾਲ ਕਰਕੇ ਪਤਾ ਲੱਗਦਾ ਕਿ ਇਹ 'ਚ ਗਲਤੀ ਕੀ ਰਹਿ ਗਈ। ਆ ਕਾਰਾਂ ਬਣਾਉਂਦੇ ਨੇ ਵੱਡੀਆਂ ਕੰਪਨੀਆਂ ਵਾਲੇ, ਪਹਿਲਾਂ ਕਾਰਾਂ ਭੰਨ ਕੇ ਦੇਖਦੇ ਆ ਨਾ, ਐਕਸੀਡੈਂਟ ਕਰਕੇ ਦੇਖਦੇ ਉਹਦਾ ਕਿਹੜਾ 에ਅਰ ਬੈਗ ਖੁੱਲ੍ਹਦਾ ਜਾਂ ਨਹੀਂ ਖੁੱਲ੍ਹਦਾ। ਸੋ ਟੈਸਟ ਓਕੇ, ਟੈਸਟਡ ਹੋ ਕੇ ਫਿਰ ਪਬਲਿਕ ਜਾਂਦਾ। ਸੋ ਅਸੀਂ ਪਾਲਿਸੀ ਬਣਾ ਲਈ ਇੰਡਸਟਰੀ ਦੀ, ਤੁਸੀਂ ਇਹਨੂੰ ਇਸਤੇਮਾਲ ਕਰੋ। ਕੋਈ ਕਮੀ ਜਾਂ ਕੋਈ ਦਿੱਕਤ ਆ ਰਹੀ ਹੈ ਇਹਨੂੰ ਇਸਤੇਮਾਲ ਕਰਨ ਵੇਲੇ ਸਾਡੇ ਨਾਲ ਆ ਕੇ ਦੁਬਾਰਾ ਬਹਿ ਜਿਓ, ਆਪਾਂ ਚੇਂਜ ਕਰ ਦਾਂਗੇ। ਤੁਹਾਡੇ ਮੁਤਾਬਕ ਕਰਨਾ ਅਸੀਂ ਬਦਲ ਦਾਂਗੇ। ਸੋ ਲਾਈਫ ਚੇਂਜ ਇਜ਼ ਅ ਲਾਈਫ 'ਚ ਚੇਂਜ ਜਿਹੜੀ ਹੈ ਆ ਚੇਂਜ ਹੀ ਤਾਂ ਲਿਆਂਦੀ ਹੈ। ਫਿਰ ਤੁਸੀਂ ਪੰਜਾਬ 'ਚ ਜਦੋਂ ਆਏ ਅਸੀਂ ਬਦਲਾਅ ਦੇ ਨਾਂ 'ਤੇ ਹਾਂ, ਤਾਂ ਫਿਰ ਬਦਲਾਅ ਕਿਉਂ ਨਹੀਂ ਕਰਾਂਗੇ ਅਸੀਂ। ਫਿਰ ਮੈਂ ਰੋਜ਼ ਇੰਡਸਟਰੀਲਿਸਟਾਂ ਨੂੰ ਮਿਲਦਾ, ਚਾਹੇ ਉਹ ਟੂਰਿਸਟ ਸਮਿਟ ਹੋਵੇ, ਚਾਹੇ ਇਨਵੈਸਟ ਪੰਜਾਬ ਹੋਵੇ, ਰੋਜ਼ ਮਿਲਦਾ ਮੈਂ। ਔਰ ਮੈਂ ਆਪ ਕਹਿਣਾ ਕਿ ਆਓ ਵੈਲਕਮ। ਅਤੇ ਉਹ ਕਹਿੰਦੇ ਨੇ 50,800 ਤੋਂ 840 ਕਰੋੜ ਦੇ ਨੇੜੇ ਤੇੜੇ ਸਾਡੇ ਕੋਲ ਇਨਵੈਸਟ ਪੰਜਾਬ 'ਚ ਆ ਗਿਆ। ਅਸੀਂ ਹਜੇ 11, 12, 13 ਇਨਵੈਸਟ ਜਿਹੜਾ ਟੂਰਿਸਟ ਸਬਮਿਟ ਕੀਤਾ ਹੈ ਮੋਹਾਲੀ 'ਚ। ਤੁਸੀਂ ਬਿਲੀਵ ਕਰਿਓ ਅਸੀਂ MOU ਯਕੀਨ ਨਹੀਂ ਰੱਖਦੇ, ਮੈਮੋਰੰਡਮ ਆਫ ਅੰਡਰਸਟੈਂਡਿੰਗ ਸਾਡੇ ਤਾਂ ਦਿਲ ਨਾਲ ਹੁੰਦੇ ਨੇ ਸਮਝੌਤੇ। ਆ 50,000 ਕਰੋੜ ਵੀ MOU ਨਹੀਂ, ਆ ਗਿਆ, ਲੱਗ ਗਿਆ, 2.5 ਲੱਖ ਬੱਚੇ ਨੂੰ ਕੰਮ ਮਿਲੂਗਾ। ਆ ਹੁਣ 2 ਦਿਨ ਦਾ ਸਬਮਿਟ, 3 ਦਿਨ ਦਾ ਸਬਮਿਟ ਹੋਇਆ, ਹੁਣ ਤੱਕ 1200 ਤੋਂ 1500 ਕਰੋੜ ਰੁਪਏ ਦਾ ਉਹ ਇੰਡਸਟਰੀਲਿਸਟ ਕਹਿੰਦੇ ਅਸੀਂ ਇੱਥੇ ਆਵਾਂਗੇ ਜੀ, ਅਸੀਂ ਪੰਜਾਬ ਦੇ ਵਿੱਚ ਇਨਵੈਸਟ ਕਰਾਂਗੇ। ਚਾਹੇ ਹੋਟਲ ਦੇ ਵਿੱਚ ਆਉਣ, ਚਾਹੇ ਉਹ ਫਿਲਮ ਸਿਟੀ ਦੇ ਰੂਪ 'ਚ ਆਉਣ, ਚਾਹੇ ਵਾਟਰ ਸਪੋਰਟਸ ਦੇ ਵਿੱਚ ਆਉਣ, ਚਾਹੇ ਉਹ ਜਿਹੜੇ ਮਰਜ਼ੀ ਇਕੋ ਟੂਰਿਜ਼ਮ 'ਚ ਆਉਣ, ਜਿਵੇਂ ਮਰਜ਼ੀ ਆਉਣਗੇ। ਅੰਮ੍ਰਿਤਸਰ ਵਾਲਾ ਉੱਥੇ ਐਲਾਨ ਕੀਤਾ ਸੀ ਮੈਂ ਕਿ ਆਪਾਂ ਇਹੋ ਜਿਹਾ ਚੀਜ਼ ਬਣਾਈਏ ਕਿ ਲੋਕ ਇੱਥੇ ਆ ਕੇ ਆਪਣੀਆਂ ਖੁਸ਼ੀਆਂ ਮਨਾਉਣ ਅਤੇ ਨਾਲ ਦਰਬਾਰ ਸਾਹਿਬ ਮੱਥਾ ਟੇਕਣ, ਨਾਲ ਸ਼ਹੀਦਾਂ ਦੀਆਂ ਯਾਦਗਾਰਾਂ ਦੇਖਣ। ਅਤੇ ਇਹ ਸ਼ਹਿਰ ਵਾਸਤੇ ਤਾਂ ਵੈਸੇ ਹੀ ਕੋਈ ਪੁੰਨ ਲੱਗ ਜੇ, ਪਰਮਾਤਮਾ ਸੇਵਾ ਕਰਵਾ ਲਏ ਸ਼ਹਿਰ ਵਾਸਤੇ। ਇੱਕ ਹੋਰ ਤੁਹਾਡੇ ਸ਼ਹਿਰ 'ਚ ਨਵੀਂ ਅੱਜ ਮੈਂ ਦੱਸਣ ਲੱਗਿਆ ਕਿ ਜਿਹੜੀਆਂ ਬੜੀ ਪੋਲੂਸ਼ਨ ਦੀ ਅਤੇ ਆਟੋ ਰਿਕਸ਼ੇ ਬਹੁਤ ਜ਼ਿਆਦਾ ਉਹਨਾਂ ਦੀ ਪ੍ਰੋਬਲਮ ਹੈ। ਅਸੀਂ ਇਸ ਸ਼ਹਿਰ ਦੇ ਵਿੱਚ 2 ਸ਼ਹਿਰ ਚੁਣੇ ਨੇ ਹਜੇ ਪਾਇਲਟ ਦੇ ਵਜੋਂ, ਪਟਿਆਲਾ ਅਤੇ ਅੰਮ੍ਰਿਤਸਰ। ਅਤੇ ਅਸੀਂ ਤੁਹਾਡੇ ਸ਼ਹਿਰ ਦੇ ਵਿੱਚ ਬਹੁਤ ਹੀ ਸ਼ਾਨਦਾਰ ਵਹੀਕਲ, ਜਿਵੇਂ ਈ ਬੱਸਸ
ਜਿਹੜੀਆਂ ਇਲੈਕਟ੍ਰਿਕ ਬੱਸਸ ਸ਼ਟਲ ਬੱਸਾਂ ਚਲਾ ਰਹੇ ਹਾਂ ਤੁਹਾਡੇ ਸ਼ਹਿਰ 'ਚ। ਸ਼ਟਲ ਬੱਸਸ ਏਅਰਪੋਰਟ ਤੋਂ ਬੱਸ ਸਟੈਂਡ ਤੋਂ ਦਰਬਾਰ ਸਾਹਿਬ ਤੋਂ ਦੁਰਗਿਆਨਾ ਮੰਦਿਰ ਤੋਂ ਬਾਘਾ ਬਾਰਡਰ, ਰਾਮ ਤੀਰਥ, ਫਿਰ ਇੱਦਾਂ ਹਰ 10-10 ਮਿੰਟ ਬਾਅਦ 5-5 ਮਿੰਟ ਬਾਅਦ ਤੁਹਾਨੂੰ 15 ਸੀਟਰ 20 ਸੀਟਰ 30 ਸੀਟਰ, ਉਹ ਰੂਟ 'ਤੇ ਡਿਪੈਂਡ ਕਰਦਾ ਸੜਕਾਂ ਕਿਹੋ ਜਿਹੀਆਂ ਨੇ, ਨਵੀਆਂ ਬਿਲਕੁਲ ਲੇਟੈਸਟ ਮਾਡਲ ਦੇ ਈ ਵਹੀਕਲ। ਸਾਡੀ ਮੀਟਿੰਗ ਹੋ ਗਈ, ਜਿੰਨੇ ਵੀ ਈ ਵਹੀਕਲ ਬਣਾਉਂਦੇ ਨੇ ਇੰਡੀਆ 'ਚ, ਅਸੀਂ ਉਹਨਾਂ ਤੋਂ ਉਹ ਲੈ ਲਈ ਹੈ ਕਿ ਤੁਸੀਂ ਸਾਨੂੰ ਜਿਹੜੀ ਪ੍ਰੈਜੈਂਟੇਸ਼ਨ ਦੇ ਦਿਓ, ਉਹ ਕਰਾਂਗੇ। ਅੰਮ੍ਰਿਤਸਰ ਸਾਹਿਬ ਤੋਂ ਸ਼ੁਰੂ ਕਰਾਂਗੇ ਇਹ ਜਿਹੜਾ। ਸੋ ਬਾਕੀ ਉਹ ਤੁਹਾਡੀ ਮੰਗ ਜਿਹੜੀ ਹੈ, ਕੁਛ ਰਹਿ ਵੀ ਗਈਆਂ, ਕੁਛ ਟਾਈਮ ਬਾਉਂਡ ਹੋ ਜਾਣਗੀਆਂ ਕਿ ਮੈਂ ਮਿਲ ਕੇ ਜਦੋਂ ਮਰਜ਼ੀ ਮਿਲ ਲਿਓ, ਗੱਲ ਕਰ ਲਾਂਗੇ। ਅਤੇ ਮੇਰੇ ਕੋਲ ਇੱਕ ਇੰਡਸਟਰੀਲਿਸਟ ਆਏ, ਉਹ ਕਹਿੰਦੇ ਜੀ ਮੈਂ ਇੰਨੇ ਪੈਸੇ ਲਾਉਣੇ ਚਾਹੁੰਦਾ, ਇੰਨਾ ਰੋਜ਼ਗਾਰ ਦੇ ਦੂੰਗਾ। ਪਹਿਲਾਂ ਵੀ ਮੈਂ ਦੂਜੀਆਂ ਗੌਰਮੈਂਟਾਂ ਨੂੰ ਮਿਲਿਆ ਸੀ, ਪਰ ਮੈਨੂੰ ਸਰਕਾਰ ਵੱਲੋਂ ਸਪੋਰਟ ਨਹੀਂ ਮਿਲੀ। ਸਰਕਾਰ ਵੱਲੋਂ ਸਪੋਰਟ ਦਿਓ ਜੀ। ਮੈਂ ਕਿਹਾ ਜੀ ਬਿਲਕੁਲ ਸਰਕਾਰ ਵੱਲੋਂ ਪੂਰੀ ਸਪੋਰਟ ਮਿਲੂਗੀ। ਫਿਰ ਕਹਿੰਦਾ ਜੀ ਇੱਦਾਂ ਦੀ ਇੰਡਸਟਰੀ ਹੈ, ਕੰਮ ਦੇ ਦਾਂਗੇ ਜੀ ਬਹੁਤ ਮੁੰਡੇ ਕੁੜੀਆਂ ਨੂੰ, ਬਸ ਸਰਕਾਰ ਦੀ ਸਪੋਰਟ ਚਾਹੀਦੀ ਹੈ ਜੀ। ਮੈਂ ਕਿਹਾ ਬਿਲਕੁਲ ਸਰਕਾਰ ਦੀ ਸਪੋਰਟ ਮਿਲੂਗੀ। ਫਿਰ ਕਹਿੰਦਾ ਬਸ ਸਰਕਾਰ ਦੀ ਸਪੋਰਟ ਮਿਲ ਜੇ ਨਾ ਕਿਤੇ ਕਮਾਲ ਹੀ ਹੋ ਜੇ। ਮੈਂ ਕਿਹਾ ਜੀ ਸਪੋਰਟ ਮਿਲੂਗੀ, ਵਾਅਦਾ ਕਰ ਦਿਓ ਨਾ ਜੀ ਵੀ ਸਪੋਰਟ ਦਿਓਗੇ। ਮੈਂ ਸੋਚਿਆ ਯਾਰ ਸਪੋਰਟ, ਸਰਕਾਰ ਦੀ ਸਪੋਰਟ, ਇਹਦੇ ਬੜਾ ਇਹ ਜ਼ੋਰ ਦੇ ਕੇ ਬੋਲ ਰਿਹਾ। ਮੈਂ ਕਿਹਾ ਵਾਟ ਕਾਈਂਡ ਆਫ ਸਪੋਰਟ ਯੂ ਨੀਡ, ਕਿਹੜੀ ਸਪੋਰਟ ਦੀ ਚਾਹੀਦੀ ਹੈ ਤੈਨੂੰ ਸਰਕਾਰ ਵੱਲੋਂ? ਮੈਂ ਕਿਹਾ ਚਲੋ ਬਿਜਲੀ ਬਾਰੇ ਕਹੂਗਾ ਜਾਂ ਜ਼ਮੀਨ ਸਸਤੀ ਦੇ ਦਿਓ। ਕਹਿੰਦਾ ਜੀ ਬਸ ਤੰਗ ਨਾ ਕਰਿਓ, ਆਹ ਸਪੋਰਟ ਚਾਹੀਦੀ ਹੈ। ਦੱਸੋ ਸਰਕਾਰਾਂ ਤੰਗ ਕਰਨ ਵਾਸਤੇ ਬਣਾਈਆਂ ਜੀ? ਕਹਿੰਦਾ ਪਹਿਲਾਂ ਵਾਲਿਆਂ ਨੂੰ ਮੈਂ ਬਹੁਤ ਵਾਰੀ ਮਿਲ ਕੇ ਗਿਆ, ਸਰਕਾਰ ਵੱਲੋਂ ਸਪੋਰਟ ਮਿਲੀ ਨਹੀਂ ਜੀ। ਇੰਡਸਟਰੀਲਿਸਟ ਇਸੇ ਗੱਲ ਤੋਂ ਡਰੀ ਜਾਂਦਾ ਹੈ ਕਿ ਤੰਗ ਨਾ ਕਰਿਓ। ਆਹ ਜਿਹੜੀਆਂ ਲਾਲ ਰੰਗ ਦੀਆਂ ਥੈਲੀਆਂ ਲੈ ਕੇ ਜਾਂਦੇ ਹੋ ਨਾ ਇਲੈਕਸ਼ਨਾਂ ਵੇਲੇ ਲੀਡਰਾਂ ਦੇ ਘਰਾਂ 'ਚ, ਤੁਸੀਂ ਕੋਈ ਉਹਨਾਂ ਦੀਆਂ ਪਾਲਿਸੀਆਂ ਥੋੜ੍ਹੀ ਪਿਆਰ ਕਰਦੇ ਹੋ। ਇਹ ਕਹਿਣ ਜਾਂਦੇ ਹੁੰਦੇ ਜੇ ਤੂੰ ਆ ਗਿਆ ਤੂੰ ਨਾ ਤੰਗ ਕਰੀ, ਜੇ ਤੂੰ ਆ ਗਿਆ ਤੂੰ ਨਾ ਤੰਗ ਕਰੀ, ਬਸ ਆਹੀ ਹੁੰਦਾ ਨਾ। ਸੋ ਭਾਈ ਇਹ ਤੁਹਾਡੀ ਸਰਕਾਰ ਹੈ, ਤੁਸੀਂ ਆਪਣੇ ਹਿਸਾਬ ਨਾਲ ਚਲਾਓ। ਅਸੀਂ ਕਿਸੇ ਨੂੰ ਤੰਗ ਕਰਨ ਵਾਸਤੇ ਨਹੀਂ, ਅਸੀਂ ਤਾਂ ਇੱਥੇ ਤੁਹਾਡੀਆਂ ਕਮਾਈਆਂ 'ਚ ਵਾਧਾ ਕਰਨ ਲਈ ਅਤੇ ਬਰਕਤਾਂ ਪਾਉਣ ਵਾਸਤੇ ਇੱਥੇ ਅਸੀਂ ਆਏ ਹਾਂ। ਸੋ ਮੈਂ ਤੁਹਾਨੂੰ ਮਿਲਦਾ ਰਹੂੰਗਾ, ਮੈਂ ਇੱਥੇ ਹੀ ਹਾਂ, ਜਦੋਂ ਮਰਜ਼ੀ ਤੁਸੀਂ ਮੇਰੇ ਕੋਲ ਆ ਜਾਓ। ਇੱਕ ਜਿਹੜਾ ਤੁਸੀਂ ਜਿਸ ਤਰ੍ਹਾਂ ਕਿਹਾ ਕਿ ਇੱਕ ਨੋਡਲ ਅਫਸਰ ਟੂਰਿਜ਼ਮ ਵਾਸਤੇ ਇੱਥੇ ਲਾ ਦਈਏ, ਬੜਾ ਵਧੀਆ ਆਈਡੀਆ, ਇਹਦੇ 'ਤੇ ਵੀ ਅਸੀਂ ਕੰਮ ਕਰਦੇ ਹਾਂ। ਅਤੇ ਦਿੱਲੀ ਏਅਰਪੋਰਟ 'ਤੇ ਵੀ ਅਸੀਂ ਇੱਕ ਜਗ੍ਹਾ ਲੈ ਲਈ ਹੈ ਅਰਾਈਵਲ 'ਤੇ। ਦਿੱਲੀ ਏਅਰਪੋਰਟ 'ਤੇ ਪੰਜਾਬ ਹੈਲਪ ਸੈਂਟਰ ਦਿੱਲੀ ਏਅਰਪੋਰਟ 'ਤੇ ਅਸੀਂ ਖੋਲਾਂਗੇ, ਤਾਂ ਕਿ ਕੋਈ ਆਉਂਦਾ ਪੰਜਾਬ ਨੂੰ ਆਉਣਾ, ਉਹਨੇ ਕੋਈ ਦਿੱਕਤ ਆਉਂਦੀ ਹੈ, ਕੋਈ ਵੋਲਵੋ ਬੱਸਾਂ ਕਿੱਥੋਂ ਲੈਣੀਆਂ ਨੇ, ਜਾਂ ਕਿਸੇ ਦੀ ਫਲਾਈਟ ਮਿਸ ਹੋ ਗਈ ਜਾਂ ਕੋਈ ਹੋਰ। ਅਤੇ ਬਾਕੀ ਅੰਮ੍ਰਿਤਸਰ ਸਾਹਿਬ ਅਤੇ ਮੋਹਾਲੀ, ਇਹਦੇ ਵਾਸਤੇ ਸਾਡੀ ਗੱਲ ਚੱਲ ਰਹੀ ਹੈ। ਇੱਥੋਂ ਅੰਮ੍ਰਿਤਸਰ ਸਾਹਿਬ ਤੋਂ ਸਿੱਧੀਆਂ ਟੋਰਾਂਟੋ ਜਾਂ ਸਿੱਧੀਆਂ ਜਿਹੜਾ ਵੈਸਟਰਨ ਵਰਲਡ ਹੈ, ਜਿਹਦੇ 'ਚ ਲੰਡਨ ਵੀ ਹੈ, ਜਾਂ ਜਿਹਦੇ ਵਿੱਚ ਸ਼ਿਕਾਗੋ ਜਾਂ ਨਿਊਯਾਰਕ ਹੈ ਜਾਂ ਕੈਲੀਫੋਰਨੀਆ, ਅਸੀਂ ਇਨ ਟੱਚ ਹਾਂ ਏਵੀਏਸ਼ਨ ਮਿਨਿਸਟਰੀ ਨਾਲ ਕਿ ਸਾਨੂੰ ਇੱਥੋਂ ਕਿਤੇ ਇੰਟਰਨੈਸ਼ਨਲ ਫਲਾਈਟਾਂ ਮਿਲ ਜਾਣ, ਸਾਡੇ ਬਾਰੇ ਨਿਆਰੇ ਹੋ ਜਾਣੇ ਆ। ਅਸੀਂ ਪਹਿਲਾਂ ਹੀ ਜਿਹੜਾ ਅੰਮ੍ਰਿਤਸਰ ਸਾਹਿਬ ਜਿਹੜਾ ਗੁਰੂਆਂ ਦੀ ਬਰਕਤ ਵਾਲੀ ਧਰਤੀ ਹੈ, ਜੇ ਸਾਡਾ ਇਹ ਸੈਲੀਬ੍ਰੇਸ਼ਨ ਪੁਆਇੰਟ ਹੋ ਗਿਆ, ਇਹ ਸਾਡੇ ਈ ਵਹੀਕਲਸ ਹੋ ਗਏ, ਇੰਟਰਨੈਸ਼ਨਲ ਏਅਰਪੋਰਟ ਹੋ ਗਏ, ਆਹ ਹੋਟਲ 'ਚ ਭਾਈ ਸਾਹਿਬ ਕਹਿੰਦੇ ਸੀ ਅਸੀਂ 500 ਕਰੋੜ 700 ਕਰੋੜ ਰੁਪਇਆ ਹੋਟਲ ਇੰਡਸਟਰੀ 'ਚ। ਤਾਂ ਅੰਮ੍ਰਿਤਸਰ ਸਾਹਿਬ ਜਿਹੜਾ ਹੈ ਉਹ ਤਾਂ ਫਿਰ ਦੁਨੀਆ ਦੇ ਨਕਸ਼ੇ 'ਤੇ। ਪਹਿਲਾਂ ਵੀ G20 ਅਸੀਂ ਅੰਮ੍ਰਿਤਸਰ ਦੇ ਵਿੱਚ ਰੱਖਿਆ ਤਾਂ ਕਿ ਪਤਾ ਲੱਗੇ ਕਿ ਸਾਡਾ ਜਿਹੜਾ ਕਲਚਰ ਕੀ ਹੈ। ਬੜਾ ਖੁਸ਼ ਗਏ ਸਾਰੇ ਮੁਲਕਾਂ ਵਾਲੇ ਜਿਹੜੇ ਦੋ GST ਇੱਥੇ ਹੋਏ ਸੀ, ਐਜੂਕੇਸ਼ਨ ਅਤੇ ਲੇਬਰ ਦੇ। ਸੋ ਤੁਹਾਡਾ ਸਹਿਯੋਗ ਪਿਆਰ ਹਮੇਸ਼ਾ ਨਾਲ ਬਣਿਆ ਰਹੇ। ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਪਿਆਰ ਸਤਿਕਾਰ ਨਾਲ ਸੁਣਿਆ। ਅਤੇ ਬਾਕੀ ਜੋ ਵੀ, ਕਿਉਂਕਿ ਜਿੱਥੇ ਸਮੱਸਿਆ ਹੁੰਦੀ ਹੈ ਉੱਥੇ ਹੱਲ ਹੁੰਦਾ, ਤਾਂ ਜੇ ਕੋਈ ਸਮੱਸਿਆ ਵੀ ਹੈਗੀ ਹੈ ਤਾਂ ਨਾਲ ਹੱਲ ਵੀ ਜ਼ਰੂਰ ਨਾਲ ਲੈ ਕੇ ਆਇਓ ਕਿ ਹਾਂ ਇਹਦਾ ਕਰ ਸਕਦੇ ਹਾਂ, ਕਰ ਸਕਦੇ ਹੋਏ ਤਾਂ ਜ਼ਰੂਰ ਕਰਾਂਗੇ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਮਿਹਰਬਾਨੀ। ਥੈਂਕ ਯੂ ਸਰ, ਬਹੁਤ ਬਹੁਤ ਧੰਨਵਾਦ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਕਾਰ ਜੀ ਦਾ। ਹੁਣ ਮੈਂ ਬੇਨਤੀ ਕਰੂੰਗਾ ਅੱਜ ਦੇ ਚੀਫ ਗੈਸਟ ਸ਼੍ਰੀ ਅਰਵਿੰਦ ਕੇਜਰੀਵਾਲ ਜੀ, ਆਨਰੇਬਲ ਚੀਫ ਮਿਨਿਸਟਰ ਆਫ ਦਿੱਲੀ, ਟੂ ਕਮ ਐਂਡ ਗ੍ਰੇਸ ਦੀ ਓਕੇਜ਼ਨ। ਸਰ पंजाब के मानयोग मुख्यमंत्री और मेरे छोटे भाई भगवंत मान जी, हमारी मंत्री अनमोल गगन मान जी, मंच पे बैठे हुए हमारे सभी सम्मानित राज्यसभा मेंबर्स,
चीफ सेक्रेटरी साहब, सभी ऑफिसर्स और अमृतसर के कोने कोने से आए हुए सभी व्यापारी और उद्योगपति दोस्तों, भाइयों, आप सब लोगों को मेरा नमस्कार, सबको मेरा प्रणाम, सत श्री अकाल। आज यहाँ आके और आप सब लोगों की बातें सुन के बहुत अच्छा लगा। अमृतसर गुरुओं की धरती, पवित्र धरती मानी जाती है और इस पवित्र धरती से, गुरुओं के आशीर्वाद से 2 बड़े काम पिछले 2 दिन में हम लोगों ने शुरू किए हैं। कल हम लोगों ने पंजाब का पहला स्कूल ऑफ एमिनेंस शुरू किया, मतलब एक सरकारी स्कूल शुरू किया, शानदार सरकारी स्कूल। आप सब लोग भी ज़रूर उसको देख के आइएगा, आपको यकीन नहीं होगा कि सरकारी स्कूल ऐसा हो सकता है। और मैं चैलेंज करता हूं कि पूरे पंजाब के अंदर कोई भी प्राइवेट स्कूल इंफ्रास्ट्रक्चर के मामले में उस सरकारी स्कूल को मात नहीं दे सकता। वो सभी प्राइवेट स्कूल से ज़्यादा अच्छा आपको दिखाई देगा। उसमें सभी किस्म की फैसिलिटीज़ हैं, शानदार क्लासरूम्स हैं, ई बोर्ड हैं, स्मार्ट क्लासरूम्स हैं, सारे स्पोर्ट्स फैसिलिटीज़ हैं। ऐसा सरकारी स्कूल आपने ज़िंदगी में नहीं देखा होगा, सरकारी तो छोड़ो, प्राइवेट स्कूल भी नहीं देखा होगा। तो कल पहला स्कूल हम लोगों ने शुरू किया और अब हमारा मिशन है कि पंजाब के सारे सरकारी स्कूल हमें वैसे ही बनाने हैं। हमारा मिशन है कि चाहे बच्चा गरीब के घर पैदा हो, चाहे अमीर के घर पैदा हो, उसे अच्छी शिक्षा देना किसी भी जिम्मेदार सरकार का काम है। शिक्षा जो है वो पैसे की मोहताज नहीं होनी चाहिए। तो अगर गरीबों के बच्चे आज सरकारी स्कूल में इसलिए जाते हैं उनके पास पैसे नहीं होते, लेकिन अब ऐसे स्कूल बनाएंगे कि मैं चैलेंज के साथ कह सकता हूँ, यहाँ इस हॉल के अंदर मैं जानता हूँ कि आप में से आप सब लोग जो हैं बहुत पैसे वाले लोग हैं। आधे से ज़्यादा लोग, अगर आधे से ज़्यादा लोगों को अपने बच्चों को सरकारी स्कूल में भर्ती नहीं करा दिया तो हमारी सरकार बनने का कोई फ़ायदा नहीं। और आज गुरुओं के आशीर्वाद से हम दूसरा अच्छा काम करने शुरू कर रहे हैं कि इंडस्ट्री और व्यापार को जो परेशानियां होती थी बहुत ज़्यादा, अभी किसी ने मुझे बताया, यहाँ से शायद स्टील एंड फाउंड्री इंडस्ट्री के कोई थे, 882 यूनिट्स होती थी किसी ज़माने में और अब 126 बच गई हैं। तो हम तरक्की के रास्ते पे जा रहे हैं कि हम उल्टा जा रहे हैं? डेवलपमेंट बंद हो रहा है कि डेवलपमेंट हो रहा है? इसे चेंज करना है। पहले अगर 882 होती थी और हमारी सरकार 5 साल के अंदर अगर ये 2000 नहीं हुई तो फिर सरकार बनने का कोई फायदा नहीं है। मुझे याद है इसी हॉल के अंदर चुनाव के पहले हमने आप लोगों के साथ टाउन हॉल किया था और उस टाउन हॉल के अंदर आप में से कुछ लोग आए थे, आज कुछ लोग नए भी आए हैं। आप में से कई लोगों ने अपनी अपनी समस्याएं बताई थी, अपने अपने सुझाव दिए थे और यहाँ बैठ के मैं सारे सुझाव लिख रहा था। मेरे फ़ोन के ऊपर सारे मैंने लिखे हुए हैं। जितने सुझाव उस टाइम दिए थे, ये हमारी, मैं हमेशा कहता हूँ कि चुनाव के पहले पार्टियाँ घोषणा पत्र करती हैं, संकल्प पत्र करती हैं, फलाना करती हैं। हमने शुरू की थी गारंटी। अब कई सारी पार्टियों ने ये गारंटी शब्द भी चोरी कर लिया, वो भी कहने लगी हैं कि गारंटी गारंटी गारंटी। लेकिन जो हमारी गारंटी होती है वो केजरीवाल की गारंटी होती है। केजरीवाल की गारंटी और कोई पार्टी नहीं दे सकती। जो हम कहते हैं वो करते हैं। आज हम आप लोगों के बीच में ये कहने के लिए आए हैं कि जो जो गारंटी हम लोगों ने दी थी इंडस्ट्री को लेके, उनमें से कई सारे वादे हमने पूरे किए हैं और उससे भी बहुत ज़्यादा किया है। पिछले 1-1.5 महीने पहले सारे अखबारों के अंदर एडवर्टाइजमेंट्स निकाल के और अलग अलग तरीके से फ़ोन नंबर जारी करके, तरह व्हाट्सएप नंबर जारी करके इंडस्ट्री से उनकी समस्याएं पूछी गई। आप लोगों में
मैं अभी नोट कर रहा था, 3 किस्म की मोटी मोटी समस्याएं देखी। इंडिविजुअल प्रॉब्लम्स, जैसे अभी किसी ने कहा जी हमारी तो इंडस्ट्री मध्य प्रदेश जा रही थी, मैंने अपने पिताजी को कहा कि एक मौका पंजाब में करके देखते हैं, और फिर मेरा बिजली का कनेक्शन मिल गया। इंडिविजुअल प्रॉब्लम्स बहुत लोगों की थी, वो इंडिविजुअल प्रॉब्लम सॉल्व हुई। इंफ्रास्ट्रक्चर की प्रॉब्लम्स, यहाँ पे फोकल पॉइंट के अंदर सड़कें नहीं हैं, उनकी समस्याएं थी। मान साहब ने अभी ऑन द स्पॉट आपके लिए 14 करोड़ या 18 करोड़ रुपए सैंक्शन कर दिए। वहाँ पे दरबार साहब के आसपास उन्होंने बताया कि जो सड़कें हैं वो ख़राब हैं, वो सारी सड़कें बनेंगी। मान साहब ने प्रॉमिस किया, और अभी अभी मैं बैठा था, हमारे राज्यसभा के एमपी हैं, ये बता रहे हैं 50 लाख रुपए इन्होंने ऑलरेडी सैंक्शन कर दिया आसपास की सड़कें रिपेयर कराने के लिए, लेकिन पैसे की कमी नहीं होने देंगे, आप चिंता मत करना। किसी ने बताया कि वहाँ पे जो आपने बताया कि जो बड़े बड़े फोकल पॉइंट की तो बात करते हैं, लेकिन जो छोटे व्यापारी हैं वहाँ पे उनके सड़कें नहीं बनाई जाती, वो भी सड़कें बनाएंगे। तो दूसरी समस्या निकल के आई कि इंफ्रास्ट्रक्चर की प्रॉब्लम है। इंफ्रास्ट्रक्चर के लिए कई सारे प्रोजेक्ट्स आज अनाउंस किए गए हैं। तीसरी किस्म की समस्या निकल के आई कि सिस्टमिक प्रॉब्लम्स हैं, सिस्टम की समस्याएं हैं, गलत पॉलिसीज बनी हुई हैं, उन पॉलिसीज को ठीक करना है, उसको भी ठीक करेंगे। अभी तक जब भी इंडस्ट्री की बात करते थे, एक ही चीज सुनने में आती थी कि कितना बाहर से इन्वेस्टमेंट आ रहा है, कितना बाहर से इन्वेस्टमेंट आ रहा है। वो तो इंपॉर्टेंट है, लेकिन किसी ने सही कहा कि बाहर के इन्वेस्टमेंट को तो बाद में देख लेना, पहले अपनी इंडस्ट्री तो बचा लो। अगर हमारी इंडस्ट्री नहीं बचेगी तो बाहर का इन्वेस्टमेंट का क्या फायदा। और सबसे बड़े ब्रांड एम्बेसडर्स तो आप ही लोग हैं। कोई अगर बाहर से इंडस्ट्री लगाने आएगा तो सबसे पहले तो आप ही से पूछेगा कि भाई साहब क्या माहौल है यहाँ पे, अच्छा माहौल है, ख़राब माहौल है, मैं पैसा लगाऊं यहाँ पे। और आप कहोगे नहीं जी बहुत ख़राब माहौल है, मत आना, तो कोई भी बाहर से पैसा नहीं आ सकता। तो एक भगवंत मान साहब ने बड़ा अच्छा काम किया। मैंने ये देखा है कि हर स्टेट के अंदर बड़े बड़े प्रोग्राम्स होते हैं, फलाने स्टेट में ये वो बड़े बड़े, और इतने बड़े एक प्रोग्राम करते हैं कि इन्वेस्ट करो। बाहर से बड़े बड़े सारे अंबानी, अडानी, फलाना ढिमका सारे बड़े बड़े उद्योगपतियों को बुलाते हैं इन्वेस्ट करने के लिए। फिर अगले दिन अखबारों के फ्रंट पेज पे खबरें छपवाई जाती हैं, फुल पेज ऐड छपते हैं, 3 लाख 4 लाख करोड़ रुपए के एमओयू साइन हो गए। और मैंने देखा एक भी एमओयू जो है वो इन्वेस्टमेंट में कन्वर्ट नहीं होता। भगवंत मान ने एक बड़ा इंटरेस्टिंग काम किया जो मैं देख रहा था पिछले 1 साल से बड़े क्लोजली। इन्होंने इस तरह का कोई नौटंकी नहीं की। मैं इसको नौटंकी बोलूंगा क्योंकि आते हैं, सारा मीडिया आता है, 2 दिन की प्रोग्राम होते हैं, देश भर के बड़े बड़े लोग आते हैं, एमओयू साइन होते हैं, पैसा एक नहीं आता, जॉब एक नहीं मिलता, टैक्स एक नहीं आता। इन्होंने देश में जाके, ये हैदराबाद गए, चेन्नई गए, बॉम्बे गए, बेंगलोर गए, वहां इन्होंने जाके 1-to-1 मीटिंग करी इंडस्ट्रियलिस्ट्स के साथ। एक इंडस्ट्रियलिस्ट के साथ जब आप बंद कमरे में 1-to-1 मीटिंग करते हो, तब वो आपको बताता है कि मेरी क्या इन्वेस्टमेंट मैं कर सकता हूँ और मेरी क्या प्रॉब्लम्स हैं, सरकार से मेरी क्या एक्सपेक्टेशंस हैं। वो जो मीटिंग्स हैं वो एक्चुअल इन्वेस्टमेंट्स में कन्वर्ट हो रही हैं। ये कोई छोटी बात नहीं है कि अभी हमारी 1.25 साल हुए हैं हमारी सरकार बने हुए, 1.5 साल हुआ है सरकार बने हुए। इस 1.5 साल के अंदर अगर 50,000 करोड़ रुपए की इन्वेस्टमेंट शुरू हो गई है, नारियल फूट गए हैं, जमीनें खरीद ली गई हैं, इन्वेस्टमेंट ये एमओयू नहीं है, ये वो फर्जी वाले एमओयू नहीं है, ये असली वाली इन्वेस्टमेंट है। 50,000 करोड़ रुपए की इन्वेस्टमेंट अगर कोई सरकार 1.5 साल के अंदर ला रही है, ये बहुत बड़ी अचीवमेंट है, बहुत बड़ी अचीवमेंट है। लेकिन जब हम ये डिस्कस कर रहे थे, मैं और भगवंत मान साहब, की 50,000 करोड़ की इन्वेस्टमेंट आ रही है, मैं अभी देख रहा था, इट विल क्रिएट 2,86,000 जॉब्स, 2,86,000 जॉब्स क्रिएट होंगे। अभी इन्होंने 35,000 36,000 जॉब्स तो ऑलरेडी दे दिए सरकारी महकमे में, लेकिन ये इंडस्ट्री जब लग जाएंगी, टाटा स्टील लगेगा और दूसरी कई सारी इंडस्ट्रीज आ रही हैं, ये जब इंडस्ट्रीज लग जाएंगी,
ये 2,86,000 जॉब्स क्रिएट करेंगी। आज सबसे बड़ी प्रॉब्लम तो इसी हमारे पंजाब में नशा इसीलिए तो है कि जॉब्स नहीं है हमारे यूथ के पास। जो लड़का सवेरे नौकरी पे जाके शाम को घर आएगा, सवेरे व्यापार में जाके शाम को, वो नशा थोड़ी करेगा, उसके पास तो टाइम ही नहीं है। आज नशा इसलिए कर रहे हैं, बेरोजगारी है, इसी से बेरोजगारी खत्म हो गई। लेकिन जब हम ये डिस्कस कर रहे थे, सबसे बड़ी प्रॉब्लम हमें नजर जो आई कि अगर बाहर की इन्वेस्टमेंट तो आएगी, लेकिन जब तक सबसे बड़े इन्वेस्टर तो आप लोग हैं, आपने तो अपनी इन्वेस्टमेंट कर रखी है ऑलरेडी, और अगर आपको माहौल मिलने लगा तो अभी आपके पास, मेरे को पता है यहां जितने लोग बैठे हैं सबकी जेब में अच्छा खासा पैसा है। अगर आपको अच्छा माहौल मिल गया तो जितनी इन्वेस्टमेंट ये 50,000 करोड़ रुपए बाहर से लाए हैं, आप कम से कम अगर सारे खुश हो गए तो 1,00,000 करोड़ से ज्यादा इन्वेस्टमेंट आप खुद करने की क्षमता रखते हैं। केवल इसकी बात नहीं कर रहा, पंजाब के अंदर अभी शाम को हम लोग जालंधर जा रहे हैं, कल लुधियाना जाएंगे, उसके बाद हम मोहाली जाएंगे। पंजाब के जितने इंडस्ट्रियलिस्ट्स हैं, पंजाब के अंदर आज जिन लोगों का स्टेक है, जिन लोगों का इंडस्ट्री और व्यापार में स्टेक है, अगर वो लोग माहौल से खुश हो गए और उनको लगने लगा कि उनकी इन्वेस्टमेंट सेफ है, मैं समझता हूं आप 1,00,000 1,50,000 करोड़ रुपए से ज्यादा का इन्वेस्टमेंट आज पंजाब के अंदर करने की क्षमता रखते हैं। इसीलिए हमारा मकसद है कि इंडस्ट्री को आज जो माहौल है उसको ठीक किया जाए। बीच में पिछले 15-20 साल के अंदर पंजाब के अंदर माहौल ऐसा हुआ कि सारी इंडस्ट्री पंजाब से निकल के दूसरे राज्यों में जाने लगे, मध्य प्रदेश जाने लगी, इधर जाने लगी, उधर जाने। इसको वापस लेके आना है और आप लोगों को यहीं रोकना है और आप लोगों को और इन्वेस्ट करने के लिए हमें तैयार करना है। तो हमारा एक मकसद आज की ये करने का था। मैंने जैसे बताया, जब मैं चुनाव के पहले मैं और भगवंत मान साहब आपके बीच में आए थे, हमने सारी समस्याएं नोट की थी। हमने कहा था ये तो करेंगे ही करेंगे, लेकिन उस दिन जब हम चुनाव के पहले आए थे, हम आपसे रिश्ता बनाने के लिए आए थे। ऐसा नहीं कि वो 4 समस्याएं, 5 समस्याएं, 10 समस्याएं, 15 समस्याएं, 20 समस्याएं अगर हमने सॉल्व कर दी तो बस जिंदगी की सारी प्रॉब्लम सॉल्व हुई, ऐसा नहीं है। आज कुछ समस्याएं हैं, कल और नई समस्याएं निकलेंगी, परसों तीसरी नई समस्या निकलेगी। आज ये प्रोसेस हमने चालू किया है और हम कोशिश करेंगे, मेरी मान साहब से रिक्वेस्ट है कि हर 3-3, 4-4 महीने के अंदर ये बिजनेस वालों के साथ, इंडस्ट्री वालों के साथ इस तरह का डायलॉग होना चाहिए। मैं अभी देख रहा था, जैसे आपने बताया बासमती राइस की जो प्रॉब्लम है, एक नई प्रॉब्लम क्रिएट हो गई है। एक तरफ पंजाब के अंदर हम पॉलिसी बना रहे हैं कि बासमती राइस ज़्यादा उगाओ, बासमती राइस ज़्यादा उगाओ, और दूसरी तरफ केंद्र सरकार अगर बासमती राइस एक्सपोर्ट करने के लिए मना कर, बेचेंगे कहाँ पे हम लोग? तो नई नई प्रॉब्लम्स क्रिएट होंगी और वो नई नई प्रॉब्लम्स क्रिएट होंगी इसी तरह से। एक इन्होंने अभी जैसे चीफ सेक्रेटरी साहब ने कई सारे तरीके अनाउंस किए हैं कि आप सरकार से कैसे मिल सकते हैं, मुख्यमंत्री से कैसे मिल सकते हैं, चीफ सेक्रेटरी से कैसे मिल सकते हैं। दूसरा, 3-3, 4-4 महीने में ऐसे मीटिंग्स होंगी तो आप सब लोगों के साथ, आप सब लोगों को मौका मिलेगा अपनी बातें रखने का। हम लोग नए नए राजनीति में आए हैं, कितनी 10 साल हुए हैं हमारी पार्टी को बने हुए। जब सबसे पहले दिल्ली में सरकार बनी थी, ये सारी दूसरी पार्टी वाले हमारा मजाक उड़ाते थे, कहते थे इनको सरकार चलानी नहीं आती, ये कैसे सरकार चलाएंगे, इनको सरकार चलानी नहीं आती। फिर दिल्ली में हमारी सरकार बनी, शानदार सरकार चल गई, अच्छी सरकार चल गई। हेल्थ के क्षेत्र में रेवोल्यूशन आ गया, एजुकेशन के क्षेत्र में रेवोल्यूशन आ गया, बिजली के क्षेत्र में रेवोल्यूशन आ गया, पानी के क्षेत्र में, कई क्षेत्रों के अंदर शानदार काम चल रहा है दिल्ली के अंदर। दिल्ली के कामों को देख के पंजाब के लोगों ने हमें वोट दे दिया, पंजाब में हमारी सरकार बनी। जब पंजाब में हमारी सरकार बनी और जब भगवंत मान साहब यहाँ के मुख्यमंत्री बने, कई लोग कहते थे ये तो आर्टिस्ट है, पता नहीं ये कैसे सरकार चलाएंगे, सरकार चला पाएंगे कि नहीं चला पाएंगे। आज मुझे आप सब लोगों के मैं स्टेटमेंट सुन रहा था, एक आदमी ने कहा कि अमृतसर का ट्रैफिक की प्रॉब्लम सॉल्व हो गई है। अगर अमृतसर की ट्रैफिक की प्रॉब्लम सॉल्व हो गई है तो हम दिल्ली वाले भी भगवंत मान साहब से सीखेंगे कि ट्रैफिक की प्रॉब्लम कैसे सॉल्व करनी है।
किसी ने कहा कि सिविल एडमिनिस्ट्रेशन बहुत अच्छा हो गया। ये ग्रीन स्टैम्प पेपर, इससे बड़ी सिंगल विंडो सिस्टम हो सकता है? बड़ी बड़ी बातें मैंने पूरे देश में सुनी है, बड़े बहुत CII के भी प्रोग्राम अटेंड करे, फिक्की के भी, सब जगह एक ही होता है, हम सिंगल विंडो सिस्टम करेंगे, हम सिंगल विंडो सिस्टम कर, कहीं कोई सिंगल विंडो नहीं होता। मैं सोच रहा था अभी बैठे बैठे, ये ग्रीन स्टैम्प पेपर से ज्यादा इफेक्टिव सिंगल विंडो सिस्टम मैंने तो आज तक नहीं देखा। ये इन्हीं के दिमाग की उपज है। अभी इस, और सबसे बड़ी बात है कि करप्शन खत्म हो गई है, करप्शन खत्म हो गई है। मैं ये नहीं कहूंगा कि नीचे के लेवल पे कई ऐसे क्षेत्र होंगे जहां पे चल रही है। पहले जो एक सिस्टमिक तौर पे नीचे से पैसा चलता था और ऊपर तक मंत्रियों तक और मुख्यमंत्री तक पहुंचता था, अब मंत्री और मुख्यमंत्रियों तक नहीं पहुंचता, अफसरों तक नहीं, नीचे होगा, उसको भी टैकल कर रहे हैं, लेकिन काफी हद तक करप्शन पे लगाम लगी है। टूरिज्म के क्षेत्र में भी आप लोगों ने बताया कि बहुत शानदार काम चल रहा है। यहाँ पे टूरिज्म के कई सारे लोग आए थे जिन्होंने अपने MSME, पूरे देश में पिछले 1 साल के अंदर सबसे 3.25 लाख MSME के रजिस्ट्रेशन हुए हैं। दैट इज द हाईएस्ट इन द कंट्री। केवल 1.5 साल के अंदर, केवल 1.5 साल के अंदर सबसे, और जबकि 2-3 साल पहले का डेटा है कि MSME कोई यहाँ लगाना नहीं चाहता था, सारी जो एग्जिस्टिंग MSME है वो उठ के बाहर जा रही थी, और अब नई MSME जो है 3.25 लाख MSME नई रजिस्ट्रेशन यहाँ पे हुई है। अभी जैसे उन्होंने बताया, कृष्ण कुमार जो इरिगेशन सेक्रेटरी हैं, उन्होंने बड़ा शानदार काम किया। ये बता रहे थे कि हमारी नहरें, हमारे पास पानी है, नहरें हैं, 30 से 40% पानी केवल इस्तेमाल हो रहा था। और मैं सुन के आश्चर्यचकित रह गया। अभी किसी ने कहा जी हमें ग्राउंड वाटर का प्रॉब्लम हो रही है, और कृष्ण कुमार सेक्रेटरी ने यहाँ पे खड़े होकर कहा कि चिंता मत करो, पानी है हमारे पास। ऐसा माहौल मैंने कहीं नहीं देखा कि कोई सरकारी अफसर खड़ा होकर कहे पानी मैं दूंगा, चिंता मत करो, पानी आ जाएगा आप लोगों के पास। ये कोई छोटी मोटी बात नहीं है। तो जो लोग 1 साल पहले, 1.5 साल पहले जब हमारी सरकार बनी, वो कहते थे भगवंत मान सरकार चला पाएंगे क्या, वो तो आर्टिस्ट हैं। आज मैं विश्वास के साथ आपकी बातें ही सुन रहा था, आपकी बातों से ये निकल के आ रहा है, परहैप्स ही इज वन ऑफ द बेस्ट एडमिनिस्ट्रेटर्स इन द कंट्री। जिस तरह का एडमिनिस्ट्रेशन वो दे रहे हैं, मेरा छोटा भाई है, मैं प्यार करता हूं, लेकिन ये मैं अपनी आवाज, अपनी बात नहीं कह रहा, ये मैं आपकी बातों से कंक्लूड करके कह रहा हूं। पंजाब ने बहुत बड़े बड़े लीडर्स पैदा किए हैं, पंजाब ने इसके पहले बहुत बड़े बड़े मुख्यमंत्री भी पैदा किए हैं, लेकिन मुझे ये कहने में कोई गुरेज नहीं है कि ही इज प्रूविंग टू बी वन ऑफ द बेस्ट चीफ मिनिस्टर्स दैट पंजाब हैज प्रोड्यूस्ड सो फार। मैंने सोशल मीडिया पे अभी देखा, पंजाब में बाढ़ आई, बाढ़ आती है क्या होता है, मुख्यमंत्री एक हेलीकॉप्टर लेता है, पूरा फोटो वोटो खिंचाता है, वीडियो खिड़की के पास बैठ के वीडियो खिंचाता है और फिर ट्वीट कर देता है, आज मैंने बाढ़ ग्रस्त इलाकों का दौरा किया। ऐसे ही होता है ना, स्टैंडर्ड है, स्टैंडर्ड SOP है। इन्होंने हेलीकॉप्टर से दौरा नहीं किया, इन्होंने अपनी पैंट ऊपर करी और पैंट ऊपर करके ये खुद कश्ती में बैठ के एक गांव में गए, और वो सीन सबने देखा जब छत के ऊपर लोग बैठे हुए थे और उन छत के ऊपर से लोगों को ये उतार के नीचे लाए। वो आ नहीं रहे थे, वो कह रहे थे नहीं हम अपना घर नहीं छोड़ना चाहते, हमारा सामान डूब जाएगा। उनको छत के ऊपर से लोगों को अपनी नाव में बिठा के लोगों को बचाने के लिए निकला था पंजाब का मुख्यमंत्री। पंजाब ने आज तक ऐसा मुख्यमंत्री नहीं देखा जो हेलीकॉप्टर से दौरे नहीं करता, वो जमीन के ऊपर, पानी के ऊपर उतर के और वो जाता है। आज बस मैं ज़्यादा भाषण देने के लिए नया, मुझे बहुत खुशी हुई आज आप लोगों के साथ मिलके और आप लोगों के साथ मीटिंग करके। एक ही चीज़ कहना चाहता हूँ, मैं भी इनकम टैक्स में पहले काम करता था। जितनी सरकारें आईं, सब सरकारों ने व्यापारियों को और इंडस्ट्रियलिस्ट्स को शक की निगाहों से देखा है। वो सोचते हैं कि ये चोर हैं, जैसे इंडस्ट्रियलिस्ट को देखते हैं झपट्टा मार के पड़ती है पूरी सरकार, इसको लूट लो, नोच लो इसको, ऐसे ही होता है ना।
नोचने के लिए नेता भी नोचने को बैठा है, अफसर भी नोचने को बैठा है, और सबको लगता है ये चोर है, इसने पता नहीं कितना कमा रखा है, इससे जितना नोच सकते हैं नोच लो। हम आपको चोर नहीं मानते, हम आपको अपना भाई मानते हैं, हम आपको अपना पार्टनर मानते हैं। हम ये मानते हैं कि आपके बिना पंजाब की तरक्की संभव नहीं है। अगर आप नहीं हैं तो पंजाब की तरक्की नहीं हो सकती। आपको खुश रखना, आप फलें फूलें, आगे बढ़ें, तरक्की करें, खूब कमाएं, और उस कमाई में से थोड़ा बहुत टैक्स सरकार को दे दें और हमारे बच्चों को नौकरी दे दें, बस यही चाहते हैं हम लोग। बहुत बहुत शुक्रिया।